ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਪ੍ਰਤਾਪ ਸਿੰਘ ਤੇ ਅੱਜ ਮੇਰੇ ਨਾਲ ਇੱਕ ਖਾਸ ਮਹਿਮਾਨ ਨੇ ਸਰਦਾਰ ਤਲਵਿੰਦਰ ਸਿੰਘ ਬੁੱਟਰ ਜੀ, ਜੋ ਕਿ ਪੰਥਕ ਹਲਕਿਆਂ ਦੇ ਵਿੱਚ ਆਪਣੀ ਲਿਖਤ ਕਰਕੇ, ਆਪਣੇ ਬੋਲਾਂ ਕਰਕੇ, ਆਪਣੀਆਂ ਤਕਰੀਰਾਂ ਕਰਕੇ ਜਾਣੇ ਜਾਂਦੇ ਨੇ। ਬੁੱਟਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੁੱਟਰ ਸਾਹਿਬ, ਪਹਿਲਾ ਸਵਾਲ ਇਹੀ ਹੈ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਐਂ ਲੱਗਦਾ ਵੀ ਭਾਵੇਂ ਉਹ ਸੋਨੇ ਦੀ ਵੀ ਹੋ ਜੇ ਤਾਂ ਵੀ ਉਹਦਾ ਲੋਕੀ ਹੁਣ ਉਹਦਾ ਵਸਾਹ ਨਹੀਂ ਕਰ ਰਹੇ। ਕੀ ਚੱਕਰ ਹੈ? ਸ਼੍ਰੋਮਣੀ ਕਮੇਟੀ ਆਪਣੇ ਧਰਮ ਦੇ ਖੇਤਰ ਦੇ ਵਿੱਚ ਪ੍ਰਚਾਰ ਕਰ ਰਹੀ ਹੈ, ਪੜ੍ਹਾਈ ਦੇ ਵਿੱਚ ਕਰੋੜਾਂ ਰੁਪਈਏ ਉਹ ਸਕੋਲਰਸ਼ਿਪ ਦੇ ਰਹੀ ਹੈ, ਕਿੰਨੇ ਸੈਂਕੜੇ ਤਾਦਾਦ ਦੇ ਵਿੱਚ ਉਹਨਾਂ ਨੇ ਸਕੂਲ ਕਾਲਜ ਪੰਜਾਬ ਦੇ ਵਿੱਚ ਬਾਹਰ ਖੋਲ੍ਹੇ ਹੋਏ ਨੇ। ਪਰ ਉਸ ਦੇ ਬਾਵਜੂਦ ਜਦੋਂ ਦੇਖਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇੱਕ ਸਵਾਲੀਆ ਨਿਸ਼ਾਨਾ, ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਸਿਵਲ ਸਰਵਿਸ ਦੀ ਫ੍ਰੀ ਕੋਚਿੰਗ ਵੀ ਸ਼ੁਰੂ ਕਰਤੀ ਜਿਸ 'ਤੇ ਲੱਖਾਂ ਰੁਪਈਆ ਲੱਗ ਰਿਹਾ ਹੈਗਾ, ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਹੈ। ਇਹਨੂੰ ਇੱਕ ਵਾਈਡ ਪਰਸਪੈਕਟਿਵ ਦੇ ਵਿੱਚ ਦੱਸਿਓ ਕਿ ਇੱਦਾਂ ਕਿਉਂ ਹੈ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਿੱਖ ਸੰਸਥਾਵਾਂ ਦਾ ਇਕੱਲਾ ਸ਼੍ਰੋਮਣੀ ਕਮੇਟੀ ਦਾ ਹੀ ਨਹੀਂ, ਪੂਰੀਆਂ ਸਿੱਖ ਸੰਸਥਾਵਾਂ ਨੂੰ ਪਹਿਲਾਂ ਤਾਂ ਇਕੱਲਾ ਕਰ ਦਿੱਤਾ ਗਿਆ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਗਾਤਾਰ ਨਿਸ਼ਾਨੇ ਤੇ ਰੱਖਿਆ ਜਾ ਰਿਹਾ। ਭਾਵੇਂ ਭਾਰਤ ਦੇ ਕਿਸੇ ਕੋਨੇ ਦੇ ਵਿੱਚ ਕੁਝ ਹੋ ਜਾਏ, ਸਵਾਲ ਹੈ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁੰਦਾ। ਇਹ ਵਾਈਡਰ ਪਰਸਪੈਕਟਿਵ 'ਚ ਦੱਸਿਓ ਕਿ ਇੱਦਾਂ ਕਿਉਂ ਹੋ ਰਿਹਾ। ਦੇਖੋ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਬ ਦੇ ਰਾਜਨੀਤਿਕ ਘੋਲਾਂ ਦੇ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ। ਆਪਣੇ ਮਾਸਟਰ ਤਾਰਾ ਸਿੰਘ ਦੇਸ਼ ਦੀ ਆਜ਼ਾਦੀ ਤੋਂ ਬਾਅਦ 1949 ਦੇ ਵਿੱਚ ਪਹਿਲੀ ਵਾਰ ਗ੍ਰਿਫਤਾਰ ਹੋਣ ਵਾਲੇ ਇੱਕ ਰਾਜਨੀਤਿਕ ਕੈਦੀ ਸਨ, ਜਿਨ੍ਹਾਂ ਨੂੰ ਜਿਹੜਾ ਉਹ ਕੈਦ ਕਰਕੇ ਤੇ ਜੇਲ੍ਹ ਭੇਜ ਦਿੱਤਾ ਗਿਆ ਆਜ਼ਾਦੀ ਤੋਂ ਬਾਅਦ, ਜਦੋਂ ਉਹ ਪੰਜਾਬ ਦੇ ਹੱਕਾਂ ਦੇ ਲਈ, ਖੇਤਰ ਦੇ ਹੱਕਾਂ ਦੇ ਲਈ ਜਿਹੜੇ ਉਹ ਅਕਾਲੀ ਦਲ ਦੇ ਨਾਲ ਰਲ ਕੇ ਸੰਘਰਸ਼ ਕਰ ਰਹੇ ਸਨ। ਫਿਰ ਉਸ ਤੋਂ ਬਾਅਦ ਸਮੇਂ-ਸਮੇਂ ਐਮਰਜੈਂਸੀ ਆਈ। ਐਮਰਜੈਂਸੀ ਵੇਲੇ ਵੀ ਜਿਹੜੀ ਅਕਾਲੀ ਲੀਡਰਸ਼ਿਪ ਸੀਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮਹੱਤਵਪੂਰਨ ਯੋਗਦਾਨ ਸੀ। ਫਿਰ ਜਿਹੜਾ ਧਰਮ ਯੁੱਧ ਮੋਰਚਾ ਲੱਗਾ, ਉਹਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੜੀ ਮਹੱਤਵਪੂਰਨ ਦੇਣ ਸੀਗੀ। ਜਦੋਂ ਕਪੂਰੀ ਨਹਿਰ ਦਾ ਮੋਰਚਾ ਲੱਗਾ ਤਾਂ ਉਸ ਵੇਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਸੋ ਸਮੇਂ-ਸਮੇਂ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਸਿੱਖਾਂ ਦੇ ਉੱਤੇ ਇੱਕ ਬੜੀ ਭਾਰੀ ਬਿਪਤਾ ਦਾ ਸਮਾਂ ਸੀਗਾ, ਜਦੋਂ ਇੱਕ ਪਾਸੇ ਤੇ ਸਿੱਖਾਂ ਤੇ ਨਸਲਕੁਸ਼ੀ ਚੱਲ ਰਹੀ ਸੀ ਤੇ ਦੂਜੇ ਪਾਸੇ ਜਿਹੜੇ ਸਿੱਖ ਪਰਿਵਾਰ ਸੀਗੇ ਜਿਹੜੇ ਨਸਲਕੁਸ਼ੀ ਤੋਂ ਪ੍ਰਭਾਵਿਤ ਸੀ, ਉਹਨਾਂ ਦੀ ਸਾਰ ਲੈਣੀ, ਉਹਨਾਂ ਨੂੰ ਸਾਂਭਣਾ, ਇਹ ਵੀ ਵੱਡੀ ਜ਼ਿੰਮੇਵਾਰੀ ਸੀ। ਜਿਵੇਂ ਬੰਦੀ ਆਪਣੇ ਜਿਹੜੇ ਹੈਗੇ ਆ ਧਰਮੀ ਫੌਜੀ ਆ, ਉਹਨਾਂ ਦੇ ਸਾਂਭ ਸੰਭਾਲ, ਉਹਨਾਂ ਦੀ ਪੁਨਰ ਵਸੇਬੇ ਦੀ ਗੱਲ ਹੋਵੇ, ਤੇ ਉਸ ਤੋਂ ਬਾਅਦ ਫਿਰ ਜੇ ਅੱਜ ਦੀ ਗੱਲ ਕਰ ਲਓ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਓ। 1998 ਦੇ ਵਿੱਚ ਮੈਨੂੰ ਯਾਦ ਆ ਕਿ ਜਦੋਂ ਉੱਤਰ ਪ੍ਰਦੇਸ਼ ਤੋਂ ਤੋੜ ਕੇ ਤੇ ਉੱਤਰਾਂਚਲ ਵੱਖਰਾ ਸੂਬਾ ਬਣਨ ਲੱਗਾ ਸੀ ਤੇ ਸ਼ਹੀਦ ਊਧਮ ਸਿੰਘ ਨਗਰ ਜਿਹੜਾ ਸੀਗਾ ਉਹ ਪੰਜਾਬੀਆਂ ਦਾ, ਸਿੱਖਾਂ ਦਾ ਗੜ੍ਹ ਸੀਗਾ, ਤੇ ਉਹਨੂੰ ਉੱਤਰਾਂਚਲ 'ਚ ਨਾ ਸ਼ਾਮਲ ਕਰਨ ਦੇ ਲਈ, ਕਿਉਂਕਿ ਉੱਤਰਾਂਚਲ 'ਚ ਸਰਕਾਰ ਉਹਨੂੰ ਸ਼ਾਮਲ ਕਰ ਰਹੀ ਸੀ ਤੇ ਉਹਨੂੰ ਉੱਤਰ ਪ੍ਰਦੇਸ਼ ਦੇ ਵਿੱਚ ਰੱਖਣ ਲਈ ਅਕਾਲੀ ਦਲ ਨਾਲ ਰਲ ਕੇ ਸ਼੍ਰੋਮਣੀ ਕਮੇਟੀ ਨੇ ਵੱਡੀ ਪੱਧਰ ਤੇ ਆਵਾਜ਼ ਉਠਾਈ ਕਿ ਇਹਦੇ ਨਾਲ ਸਿੱਖਾਂ ਦੇ ਹਿੱਤ ਪ੍ਰਭਾਵਿਤ ਹੋਣਗੇ। ਜੇ ਉੱਤਰਾਂਚਲ 'ਚ ਉਹਨੂੰ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਉਹਨੂੰ ਸ਼ਾਮਲ ਨਾ ਕੀਤਾ ਜਾਵੇ। ਬੇਸ਼ੱਕ ਸਰਕਾਰ ਇਹ ਮੰਗ ਨਾ ਮੰਨੀ ਸਰਕਾਰ ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸ਼ ਤੈਅ ਕੀਤਾ। ਫਿਰ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੀ ਮੁਆਫੀ ਦੀ ਗੱਲ ਚੱਲੀ ਸੀਗੀ, ਜਦੋਂ ਤਾਂ ਕਿੱਡਾ ਵੱਡਾ ਇੱਕ ਕੌਮ ਦੇ ਵਿੱਚ ਇੱਕ ਕਹਿ ਲਈਏ ਕਿ ਚੇਤਨਾ ਫੁੱਟੀ ਸੀਗੀ, ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਭੂਮਿਕਾ ਨਿਭਾਈ। ਰਾਸ਼ਟਰਪਤੀ ਨੂੰ ਚਿੱਠੀਆਂ ਲਿਖੀਆਂ, ਹੁਣ ਬੰਦੀ ਸਿੰਘਾਂ ਦੀ ਗੱਲ ਵੀ ਕੀਤੀ। ਸੋ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਹੀ ਨਹੀਂ, ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਹਸਤਾਖਰ ਆ। ਮਤਲਬ ਇਹ ਕਹਿ ਸਕਦੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਵੀ ਸੰਘਰਸ਼ ਉੱਠਦਾ, ਭਾਵੇਂ ਉਹ ਪੰਥਕ ਲੀਹਾਂ ਤੋਂ ਉੱਠੇ, ਭਾਵੇਂ ਉਹ ਸਮਾਜ ਦੇ ਨੁਕਤੇ ਨਿਗਾਹ ਤੋਂ ਉੱਠੇ, ਉਹਦੇ ਵਿੱਚ ਸੰਘਰਸ਼ਾਂ ਦੀ ਜਿਹੜੀ ਮਾਂ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬਿਲਕੁਲ। ਇੱਕ ਹੋਰ ਗੱਲ ਆ ਖੇਤਰੀ ਰਾਜਨੀਤੀ ਦੇ ਵਿੱਚ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀਆਂ ਲੀਡਰਸ਼ਿਪ ਦੀਆਂ ਕਈ ਧਾਰਾਵਾਂ ਰਹੀਆਂ ਸ਼ੁਰੂ ਤੋਂ ਹੀ, ਤਾਂ ਉਸ ਅਕਾਲੀ ਦਲ ਨੂੰ ਸਿੱਖਾਂ ਦਾ ਸਰਬ ਪ੍ਰਵਾਨਿਤ ਅਕਾਲੀ ਦਲ ਮੰਨਿਆ ਜਾਂਦਾ ਰਿਹਾ ਸ਼ੁਰੂ ਤੋਂ, ਰਵਾਇਤ ਮੁਤਾਬਕ, ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਹੋਏਗਾ। ਸੋ ਇਸ ਕਰਕੇ ਸਿੱਖਾਂ ਦੀ ਸਿਆਸੀ ਲੀਡਰਸ਼ਿਪ ਨੂੰ ਵੀ ਸਾਹ-ਸਤਹੀਣ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਨਹੀਂ, ਸ਼ੁਰੂ ਤੋਂ ਜਿਹੜੀ ਨਿਸ਼ਾਨਾ ਬਣਦੀ ਰਹੀ ਆ। 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ, ਤਾਂ ਉਹਨਾਂ ਨੇ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਜਿਹੜੀ ਸਾਲਾਨਾ ਚੋਣ ਹੋਣੀ ਸੀਗੀ ਪ੍ਰਧਾਨਗੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੇ ਵਿੱਚ ਦਖਲ ਦੇਣ ਦੇ ਲਈ ਉਹਨਾਂ ਨੇ ਬਹੁਤ ਸਾਰੇ ਮੈਂਬਰਾਂ ਨੂੰ ਆਪਣੇ ਸੰਪਰਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਬਦਲਿਆ ਜਾਵੇ, ਪਰ ਉਹਦੇ ਵਿੱਚ ਸਫਲ ਨਹੀਂ ਹੋ ਸਕੇ। ਸਮੇਂ-ਸਮੇਂ ਸਰਕਾਰਾਂ ਕੋਸ਼ਿਸ਼ ਕਰਦੀਆਂ ਰਹੀਆਂ
ਕਦੇ ਇਲੈਕਸ਼ਨਾਂ ਦੇ ਵਿੱਚ ਦੇਰੀ ਕਰਕੇ, ਕਦੇ ਕਿਸੇ ਮੁੱਦੇ ਕਰਕੇ, ਕਦੇ ਕਿਸੇ ਮੁੱਦੇ ਕਰਕੇ। ਅੱਛਾ, ਹੁਣ ਆਪਾਂ ਦੇਖੀਏ ਕਿ ਪਿਛਲੇ ਕੁਝ ਅਰਸੇ ਤੋਂ ਆਪਾਂ ਹਰੇਕ ਸਰਕਾਰ ਦੇ ਜ਼ੁਬਾਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਹੈ, ਪਰ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਆਵਾਜ਼ ਚੁੱਕਦੀ ਹੈ ਕਿ ਸਾਡੇ ਪਟਨਾ ਸ੍ਰੀ ਹਰਿਮੰਦਰ ਸਾਹਿਬ ਤਖਤ ਦਾ ਜਿਹੜਾ ਉਹਦੇ ਪ੍ਰਬੰਧ ਹੈ ਜਿਹੜਾ ਉਹ ਸੁਚਾਰੂ ਢੰਗ ਨਾਲ ਚਲਾਇਆ ਜਾਵੇ, ਸਰਕਾਰ ਨਾਲ ਤਾਲਮੇਲ ਕਰਦੀ ਹੈ, ਬੇਨਤੀਆਂ ਵੀ ਕਰਦੀ ਹੈ, ਪਰ ਉਹ ਨਹੀਂ ਚੱਲਦਾ। ਐਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹਦੇ ਲਈ ਸ਼੍ਰੋਮਣੀ ਕਮੇਟੀ ਸਰਕਾਰ ਨੂੰ ਕਹਿੰਦੀ ਹੈ ਉਹ ਨਹੀਂ ਚੱਲਦਾ। ਸਰਕਾਰ ਉਸ ਪਾਸੇ ਨਹੀਂ ਧਿਆਨ ਦਿੰਦੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਧਤ ਰਹਿੰਦੀ ਹੈਗੀ ਹੈ। ਦਿੱਲੀ ਕਮੇਟੀ ਹੈ ਜਿਹੜੀ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਆਪਾਂ ਅਲੱਗ ਹੋ ਚੁੱਕੀ ਹੈਗੀ ਹੈ, ਹਰਿਆਣਾ ਦੀ ਕਮੇਟੀ ਵੱਖਰੀ ਬਣਾ ਦਿੱਤੀ ਗਈ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਕੀ ਸੰਕੇਤ ਕੀ ਕਰ ਰਹੀਆਂ ਨੇ? ਦੇਖੋ, ਇੱਥੇ ਬੜੇ ਵਿਸ਼ਾਲ ਸੰਦਰਭ ਦੇ ਵਿੱਚ ਸਾਨੂੰ ਸੋਚਣਾ ਪਏਗਾ ਕਿ ਇਹ ਇਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ, ਇਹ ਸਿੱਖਾਂ ਦੀ ਇੱਕ ਰਾਜਨੀਤਿਕ ਚੇਤਨਾ ਔਰ ਸਿੱਖਾਂ ਦੀ ਜਿਹੜੀ ਸ਼ਕਤੀ ਹੈ ਨਾ ਉਹਨੂੰ ਖੇਰੂ ਕਰਨ ਦੇ ਯਤਨ ਨੇ। ਇਹ ਸਿੱਖਾਂ ਦੀਆਂ ਸੰਸਥਾਵਾਂ ਦੀ ਇੱਕ ਸਿਧਾਂਤਕ ਘੇਰਾਬੰਦੀ ਆ। ਤੁਸੀਂ ਵੇਖੋ, ਜਿਵੇਂ ਜ਼ਿਕਰ ਤੁਸੀਂ ਕੀਤਾ ਪਹਿਲਾਂ ਕਿ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੱਡੀ ਪੱਧਰ ਤੇ ਉਥਲ-ਪੁਥਲ ਲਿਆਂਦੀ ਗਈ, ਔਰ ਇਹ ਮੰਨਿਆ ਜਾਂਦਾ ਕਿ ਉਸ ਉਥਲ-ਪੁਥਲ ਦੌਰਾਨ ਉਸ ਲੀਡਰਸ਼ਿਪ ਨੂੰ ਉੱਥੇ ਕਾਬਜ਼ ਕੀਤਾ ਜਾਂਦਾ ਜਿਹੜੀ ਸਿੱਧੇ ਰੂਪ ਦੇ ਵਿੱਚ ਇੱਕ ਵੱਡੀ ਦੇਸ਼ ਦੀ ਰਾਜਨੀਤਿਕ ਪਾਰਟੀ ਦੇ ਅਸਿੱਧੇ ਥਾਪੜੇ ਵਾਲੀ ਆ। ਔਰ ਉਸ ਤੋਂ ਬਾਅਦ ਪਟਨਾ ਸਾਹਿਬ ਵਾਲੀ ਕਮੇਟੀ ਦੇ ਵਿੱਚ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ। ਫਿਰ ਵੇਖੋ ਸਿੱਧੇ ਤੌਰ ਤੇ ਹਰਿਆਣੇ ਦੇ ਵਿੱਚ ਕੀ ਹੋਇਆ ਕਿ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਜਾਂਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਖਤਿਆਰਾਂ ਦੀ ਕਟੌਤੀ ਕਰਕੇ ਹਜ਼ੂਰ ਸਾਹਿਬ ਦੇ ਵਿੱਚ ਇੱਕ ਜਿਹੜਾ ਗੈਰ ਸਿੱਖ ਆ ਉਸ ਨੂੰ ਤਖਤ ਹਜ਼ੂਰ ਸਾਹਿਬ ਪ੍ਰਬੰਧਕ ਬੋਰਡ ਦਾ ਜਿਹੜਾ ਪ੍ਰਬੰਧਕ ਲਾ ਦਿੱਤਾ ਜਾਂਦਾ। ਦੇਖੋ, ਜਿਹੜਾ ਤਖਤ ਆ ਨਾ, ਗੁਰਦੁਆਰੇ ਔਰ ਤਖਤਾਂ ਦੇ ਵਿੱਚ ਬਹੁਤ ਅੰਤਰ ਆ। ਗੁਰਦੁਆਰੇ ਦੇ ਵਿੱਚ ਗੁਰਦੁਆਰੇ ਸਿੱਖਾਂ ਦੇ ਸਕੂਲ ਨੇ, ਉੱਥੇ ਹਰ ਮਨੁੱਖ ਜਿਹੜਾ ਆਪਣੀ ਆਤਮਾ ਦੇ ਵਿਕਾਸ ਲਈ ਜਾ ਸਕਦਾ। ਪਰ ਜਿਹੜਾ ਤਖਤ ਆ, ਤਖਤ ਸਿੱਖ ਦੇ ਜੀਵਨ ਜਾਚ ਨੂੰ ਨਿਰਧਾਰਿਤ ਕਰਨ ਵਾਲੀ ਇੱਕ ਮਾਣ ਮਰਿਆਦਾ ਨੂੰ ਲਾਗੂ ਕਰਨ ਵਾਲੀ ਇੱਕ ਅਥਾਰਟੀ ਆ। ਔਰ ਤਖਤਾਂ ਦੇ ਉੱਤੇ ਉਹੋ ਜਿਹੇ ਪ੍ਰਬੰਧਕ ਚਾਹੀਦੇ ਆ ਜਿਹੜੇ ਗੁਰਮਤ ਦੇ ਵਿੱਚ ਪੂਰੇ ਸੂਰੇ ਹੋਣ, ਤਾਂ ਹੀ ਉਹ ਲਾਗੂ ਕਰ ਸਕਣਗੇ ਪੂਰੀ ਗੁਰਮਤ ਨੂੰ। ਸਿੱਖ ਭਾਵਨਾਵਾਂ ਦੇ ਵਿੱਚ ਵੱਡੀ ਪੱਧਰ ਤੇ ਇਹਦਾ ਰੋਸ ਪਾਇਆ ਜਾ ਰਿਹਾ ਔਰ ਪ੍ਰਤੀਕਿਰਿਆਵਾਂ ਆ ਰਹੀਆਂ ਨੇ। ਸਿੱਖਾਂ ਨੂੰ ਇਸ ਚੀਜ਼ ਦਾ ਜਿਹੜਾ ਰੋਸ ਆ ਕਿ ਇਸ ਤਰ੍ਹਾਂ ਦਾ ਦਖਲ ਜਿਹੜਾ ਵੱਧ ਰਿਹਾ ਉਹ ਠੀਕ ਨਹੀਂ ਆ। ਪੰਜਾਬ 'ਚ ਵੀ ਵੇਖੋ ਕੀ ਹੋਇਆ ਕਿ ਉਹ ਪਿਛਲੇ ਦਿਨਾਂ 'ਚ ਗੁਰਬਾਣੀ ਕੀਰਤਨ ਦੇ ਰਿਲੇ ਨੂੰ ਲੈ ਕੇ ਜਿਹੜਾ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਦਿੱਤਾ ਜਾਂਦਾ। ਦੇਖੋ, ਜਿਹੜਾ ਸਿੱਖ ਗੁਰਦੁਆਰਾ ਐਕਟ 1925 ਆ, ਇਹ ਬੇਸਿਕਲੀ ਇੱਕ ਪਾਰਲੀਮੈਂਟਰੀ ਐਕਟ ਆ ਜੀ। ਬੇਸ਼ੱਕ ਉਹਦੇ ਵਿੱਚ ਤਰਮੀਮ ਕਰਕੇ ਹਰਿਆਣੇ ਦੇ ਗੁਰਦੁਆਰੇ ਅੱਡ ਕਰ ਦਿੱਤੇ ਗਏ ਉਹਦੇ ਤੋਂ, ਪਰ ਐਕਟ ਨੂੰ ਤੇ ਸੁਪਰੀਮ ਕੋਰਟ ਨੇ ਜਾਂ ਕੇਂਦਰ ਸਰਕਾਰ ਨੇ ਬਿਲਕੁਲ ਨਹੀਂ ਛੇੜਿਆ। ਐਕਟ ਤੇ ਉੱਥੇ ਹੀ ਖੜਾ 1925 ਦਾ। ਉਹਦੇ ਕੋਲ ਹਿਮਾਚਲ ਦੇ ਵੀ ਗੁਰਦੁਆਰੇ ਹੈਗੇ, ਚੰਡੀਗੜ੍ਹ ਦੇ ਵੀ ਹੈਗੇ, ਇੰਟਰਸਟੇਟ ਬੋਡੀ ਆ ਉਹ ਅਜੇ ਵੀ। ਸੋ ਇਸ ਕਰਕੇ ਉਹ ਖੇਤਰੀ ਜਿਹੜੀ ਵਿਧਾਨ ਸਭਾ ਆ ਉਹ ਉਹਦੇ ਵਿੱਚ ਕੋਈ ਤਰਮੀਮ ਨਹੀਂ ਕਰ ਸਕਦੀ, ਪਰ ਉਹ ਦਖਲ ਦਿੱਤਾ ਗਿਆ। ਅੱਜ ਗੁਰਬਾਣੀ ਕੀਰਤਨ ਦੇ ਰਿਲੇ ਨੂੰ ਲੈ ਕੇ ਦਖਲ ਦਿੱਤਾ ਗਿਆ। ਬਹੁਤ ਸਾਰੇ ਸਿੱਖਾਂ ਨੂੰ ਜਾਪ ਰਿਹਾ ਕਿ ਕੋਈ ਦਖਲ ਨਹੀਂ ਆ, ਪਰ ਇਸ ਆੜ ਦੇ ਵਿੱਚ ਗੱਲ ਸਹੀ ਦੀ ਨਹੀਂ, ਗੱਲ ਪਏ ਦੀ ਆ। ਕੱਲ੍ਹ ਨੂੰ ਇਸ ਆੜ ਦੇ ਵਿੱਚ ਸਿੱਖਾਂ ਦੀ ਮਾਣ ਮਰਿਆਦਾ ਵਿੱਚ ਵੀ ਤਬਦੀਲੀ ਕੀਤੀ ਜਾਏਗੀ ਕਿ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸੇਵਾਦਾਰ ਰੱਖੇ ਆ ਉਹ ਤੁਸੀਂ ਸਹਿਜਧਾਰੀਆਂ ਨੂੰ ਕਿਉਂ ਨਹੀਂ ਰੱਖਦੇ, ਜਾਂ ਤੁਸੀਂ ਪਤਿਤਾਂ ਨੂੰ ਕਿਉਂ ਨਹੀਂ ਰੱਖਦੇ। ਕੱਲ੍ਹ ਫਿਰ ਵਿਧਾਨ ਸਭਾ 'ਚ ਇਹ ਵੀ ਕੋਈ ਇੱਦਾਂ ਦਾ ਐਕਟ ਕੋਈ ਹੋਰ ਸਰਕਾਰ ਆਏਗੀ ਪਾ ਸਕਦੀ। ਸੋ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਜਿਹੜਾ ਦਖਲ ਵੱਧ ਰਿਹਾ, ਬੇਸਿਕਲੀ ਇਹਦਾ ਉਦੇਸ਼ ਸਿੱਖ ਸੰਸਥਾਵਾਂ ਨੂੰ ਪ੍ਰਭਾਵਹੀਣ ਕਰਨਾ, ਕਿਉਂਕਿ ਸਿੱਖ ਸੰਸਥਾਵਾਂ ਜਿਹੜੀਆਂ ਆ ਉਹ ਸਿੱਖਾਂ ਦੀ ਰਾਜਨੀਤਿਕ ਤੇ ਸਮਾਜਿਕ ਸ਼ਕਤੀ ਦਾ ਇੱਕ ਧੁਰਾ ਨੇ। ਤੇ ਔਰ ਇਹਨਾਂ ਸੰਸਥਾਵਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪ੍ਰਮੁੱਖ ਸੰਸਥਾ ਆ ਜਿਹੜੀ ਅੱਜ ਤੱਕ ਬੇਸ਼ੱਕ ਦੇਸ਼ ਦੁਨੀਆ ਦੇ ਸਿੱਖਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਬਹੁਤ ਸਾਰੇ ਗਿਲੇ ਸ਼ਿਕਵੇ ਹੋ ਸਕਦੇ ਆ, ਪਰ ਇੱਕ ਗੱਲ ਤੋਂ ਕੋਈ ਵੀ ਡਿਨਾਈ ਨਹੀਂ ਕਰ ਸਕਦਾ ਕਿ ਜਦੋਂ ਵੀ ਦੁਨੀਆ ਭਰ ਦੇ ਸਿੱਖਾਂ ਦੇ ਉੱਤੇ ਕੋਈ ਵੀ ਔਕੜ ਆਵੇ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਵੱਕੋ ਕਰਦੇ। ਕਿਉਂ ਕਰਦੇ? ਕਿਉਂਕਿ ਉਹ ਸਿੱਖਾਂ ਦੀ ਪ੍ਰਭਾਵਸ਼ਾਲੀ ਔਰ ਸ਼ਕਤੀਸ਼ਾਲੀ ਇੱਕ ਸੰਸਥਾ ਆ। ਸੋ ਇਸ ਕਰਕੇ ਇਹ ਜਿਹੜਾ ਬੁਨਿਆਦੀ ਜਿਹੜੀ ਮੁਹਿੰਮਕਾਰੀ ਆ ਕੀਤੀ ਜਾ ਰਹੀ ਹੈ ਸਿਧਾਂਤਕ ਤੌਰ ਤੇ, ਸਿੱਖਾਂ ਨੂੰ ਇਸ ਨੂੰ ਸਮਝਣਾ ਪਏਗਾ। ਇਹ ਕੋਈ ਵਕਤੀ ਰਾਜਨੀਤਿਕ ਤਬਦੀਲੀ ਦੇ ਲਈ ਨਹੀਂ ਕੀਤੀ ਜਾ ਰਹੀ, ਇਹ ਸੰਸਥਾ ਨੂੰ ਹੀ ਜਿਹੜਾ ਪ੍ਰਭਾਵਹੀਣ ਕਰਨ ਲਈ ਕੀਤੀ ਜਾ ਰਹੀ। ਇਹ ਗੱਲ ਲੋਕਾਂ ਨੂੰ ਲੱਗ ਰਹੀ ਹੈ ਕਿ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਰਗੇਟ ਹੋ ਰਹੀ ਹੈ, ਉਹਦੇ ਵਿੱਚ ਇੱਕ ਖਾਸ ਧਿਰ ਟਾਰਗੇਟ ਹੋ ਰਹੀ ਹੈ। ਪਰ ਤੁਹਾਡੀ ਗੱਲਾਂ ਤੋਂ ਇਹ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਜਾਂ ਇੱਕ ਖਾਸ ਧਿਰ ਟਾਰਗੇਟ ਨਹੀਂ ਹੋ ਨਹੀਂ ਹੋ ਰਹੀ ਸੀ। ਇਹਦੇ ਵਿੱਚ ਜਿਹੜੇ ਸਿੱਖ ਸਿਧਾਂਤ ਨੇ ਤੇ ਸਿੱਖ ਕੌਮ ਹੈ ਜਿਹੜੀ ਪੂਰੀ ਭਾਰਤ ਦੇ ਵਿੱਚ ਵੱਸਦੀ ਹੈ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਧੇ ਰੂਪ ਦੇ। ਬਿਲਕੁਲ ਦੇਖੋ ਲੀਡਰਸ਼ਿਪ ਆ, ਕੋਈ ਵੀ ਸੰਸਥਾ ਦੀ ਲੀਡਰਸ਼ਿਪ ਜਿਹੜੀ ਉਹ ਬਦਲਦੀ ਰਹਿੰਦੀ ਆ। ਅੱਜ ਕੋਈ ਆ, ਕੱਲ ਨੂੰ ਕੋਈ ਹੋਰ ਆ ਜਾਊਗਾ। ਜਿਹੜੇ ਸ਼੍ਰੋਮਣੀ ਸਾਹਿਤਕਾਰ ਹੋਏ ਆ ਜਸਵੰਤ ਸਿੰਘ ਕੰਵਲ, ਉਹਨਾਂ ਦੀ ਇੱਕ ਬੜੀ ਸੋਹਣੀ ਕੋਟੇਸ਼ਨ ਆ। ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਬੜੀਆਂ ਵੱਡੀਆਂ ਕੁਰਬਾਨੀਆਂ ਨਾਲ ਹੋਂਦ 'ਚ ਆਈ ਸੀ, ਤੇ ਅੱਜ ਇਹਨੂੰ ਖਤਮ ਕਰਨ ਦੇ ਵੱਲ ਜਿਹੜੇ ਅਸੀਂ ਤੁਰ ਪਏ ਆ, ਇਹ ਗੱਲ ਜਿਹੜੀ ਬੜੀ ਦੁਖਦਾਈ ਆ। ਉਹ ਕਹਿੰਦੇ ਆ ਕਿ ਕਿਸੇ ਜਥੇਬੰਦੀ ਦੇ ਵਿੱਚ ਆਗੂ ਨਿਕੰਮਾ ਹੋ ਸਕਦਾ ਜੇ ਇੱਕ ਬਾਗ ਦੇ ਵਿੱਚ ਇੱਕ ਬੂਟੇ ਨੂੰ ਸੋਕਾ ਪੈ ਜੇ ਤਾਂ ਸਿਆਣਪ ਇਸ ਗੱਲ ਵਿੱਚ ਨਹੀਂ ਹੁੰਦੀ ਕਿ ਸਾਰੇ ਬਾਗ ਨੂੰ ਪੁੱਟ ਦੋ। ਇਹ ਉਸ ਦੀ ਬਜਾਏ ਜਿਹੜੇ ਬੂਟੇ ਨੂੰ ਸੋਕਾ ਪੈ ਗਿਆ ਉਸ ਬੂਟੇ ਨੂੰ ਵੱਖ ਕਰ ਦੋ, ਬਾਕੀਆਂ ਨੂੰ ਹਰਾ ਭਰਾ ਰੱਖਣ ਲਈ ਇਲਾਜ ਬਾਰੇ ਸੋਚਿਆ ਜਾ ਸਕਦਾ। ਇਹ ਜਸਵੰਤ ਸਿੰਘ ਕੰਵਲ ਹੋਰਾਂ ਦੀ ਜਿਹੜੀ ਕੋਟੇਸ਼ਨ ਆ। ਲੋਕਾਂ ਦੀ ਜ਼ੁਬਾਨ ਦੇ ਉੱਤੇ, ਸਰਕਾਰਾਂ ਦੀ ਜ਼ੁਬਾਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਹੈ, ਕਿਉਂ ਹੈ ਉਹ ਤੁਸੀਂ ਦੱਸਤਾ, ਪਰ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਉਹਦੇ ਵਿੱਚ ਜਿਹੜੀ ਹੁੰਦੀ ਲੋਕਾਂ ਵੱਲੋਂ ਜਾਂ ਜਿਹੜੇ ਉੱਥੇ ਕਾਰਜ ਕਰਦੇ ਨੇ ਮੁਲਾਜ਼ਮ ਨੇ ਉਹਨਾਂ ਵੱਲੋਂ ਕਈ ਬੇਨਿਯਮੀਆਂ ਕੀਤੀਆਂ ਜਾਂਦੀਆਂ ਨੇ, ਕਈ ਘਪਲੇ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਕਈ ਕੁਰੈਤਾਂ ਸਾਹਮਣੇ ਆਉਂਦੀਆਂ ਨੇ। ਇਹਨਾਂ ਨੂੰ ਲੈ ਕੇ ਕੀ ਜਵਾਬ ਹੈ, ਕਿਉਂਕਿ ਸਵਾਲ ਤਾਂ ਇਹ ਖੜਾ ਹੁੰਦਾ ਹੈਗਾ। ਦੇਖੋ ਜਿਹੜੀਆਂ ਇਹ ਸੰਸਥਾਵਾਂ ਜਥੇਬੰਦੀਆਂ ਹੁੰਦੀਆਂ ਨਾ, ਇਹ ਇੱਕ ਸਮਾਜ ਦੀ ਇਕਾਈ ਹੁੰਦੀਆਂ ਨੇ। ਜਦੋਂ ਸਮੁੱਚੇ ਸਮਾਜ ਦੇ ਵਿੱਚ ਕੋਈ ਬੁਰਾਈ ਆ ਜਾਏ ਨਾ, ਤਾਂ ਫਿਰ ਕੋਈ ਵਰਗ ਵਿਸ਼ੇਸ਼ ਜਾਂ ਕੋਈ ਸੰਸਥਾ ਜਾਂ ਜਥੇਬੰਦੀ ਉਹਦੇ ਤੋਂ ਅਛੂਤੀ ਨਹੀਂ ਰਹਿ ਸਕਦੀ। ਪੂਰੇ ਸਮਾਜ ਦੇ ਵਿੱਚ ਇੱਕ ਬੁਰਾਈਆਂ ਆ ਗਈਆਂ ਹੋਣ ਵੱਡੇ ਹਿੱਸੇ ਵਿੱਚ, ਤੇ ਅਸੀਂ ਕਿਸੇ ਸੰਸਥਾ ਤੋਂ ਇਹ ਤਵੱਕੋ ਕਰੀਏ ਕਿ ਇਹ ਸਤਜੁਗੀ, ਇਹਦੇ ਵਿੱਚ ਸਾਰੇ ਲੋਕ ਸਤਜੁਗੀ ਹੋਣ, ਇਹ ਤੇ ਕਦੇ ਵੀ ਨਹੀਂ ਹੋਇਆ। ਗੁਰੂ ਸਾਹਿਬਾਨ ਦੇ ਵੇਲੇ ਵੀ ਵੇਖੋ, ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਜਿਹੜੀ ਆ ਉਹ ਸਥਾਪਿਤ ਕੀਤੀ ਸੀ ਕਿ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧ ਆ, ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਲਈ, ਔਰ ਜਿਹੜੇ ਲੋੜਵੰਦ ਗੁਰਸਿੱਖ ਨੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ, ਦਸਵੰਧ ਇਕੱਤਰ ਕਰਨ ਲਈ। ਤੇ ਇਤਿਹਾਸ 'ਚ ਇੱਕ ਸਾਖੀ ਮਿਲਦੀ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਕਸ਼ਮੀਰ ਤੋਂ ਸਿੱਖ ਸੀਗਾ, ਉਹਨੇ ਆਪਣਾ ਦਸਵੰਧ ਜਿਹੜਾ ਉਹ ਕਿਸੇ ਮਸੰਦ ਰਾਹੀਂ ਭੇਜਿਆ, ਤੇ ਉਹ ਮਸੰਦ ਨੇ ਅੱਗੇ ਉਹ ਦਸਵੰਧ ਦੀ ਜਿਹੜੀ ਕੋਈ ਰਾਸ਼ੀ ਸੀਗੀ ਉਹ ਅਮਾਨਤ ਗੁਰੂ ਸਾਹਿਬ ਦੇ ਅੱਗੇ ਭੇਟਾ ਨਹੀਂ ਕੀਤੀ। ਉਹਨੂੰ ਲਾਲਚ ਆ ਗਿਆ ਜਾਂ ਉਹਦੀ ਲੋੜ ਹੋਊਗੀ, ਉਹਨੇ ਘਰ ਵਰਤ ਲਈ। ਤਾਂ ਉਹ ਜਿਹੜਾ ਗੁਰਸਿੱਖ ਜਿਹਨੇ ਦਸਵੰਧ ਭੇਜਿਆ ਸੀ ਉਹਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਗੁਰੂ ਸਾਹਿਬ ਅੱਗੇ ਅਰਪਣ ਨਹੀਂ ਕੀਤੀ। ਤਾਂ ਜਦੋਂ ਦਰਬਾਰ ਸਾਹਿਬ ਦੀ ਯਾਤਰਾ 'ਤੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਨਤਮਸਤਕ ਹੋ ਕੇ ਉਹਨੇ ਇੱਕ ਅਰਜ਼ ਕੀਤੀ, ਮਹਾਰਾਜ ਕਿ ਮੇਰੇ ਕੋਲੋਂ ਜਿਹੜਾ ਦਸਵੰਧ ਲੈ ਕੇ ਆਇਆ ਸੀ ਮਸੰਦ, ਤੇ ਉਹਨੇ ਤੁਹਾਡੇ ਕੋਲ ਅਰਪਣ ਨਹੀਂ ਕੀਤਾ। ਤੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਭਾਈ ਸਿੰਘਾ, ਤੂੰ ਆਪਣਾ ਦਸਵੰਧ ਗੁਰੂ ਦੇ ਲੇਖੇ ਲਾਤਾ, ਜਦੋਂ ਤੂੰ ਆਪਣੇ ਘਰੋਂ ਹੀ ਦਸਵੰਧ ਉਹਦੀ ਤਲੀ ਤੇ ਧਰਤਾ, ਤੇਰਾ ਗੁਰੂ ਕੋਲ ਪ੍ਰਵਾਨ ਹੋ ਗਿਆ, ਜਿਹੜਾ ਉਹਨੇ ਖਾਧਾ ਉਹਦਾ ਦੇਣਦਾਰ ਉਹ ਹੋਵੇਗਾ। ਠੀਕ ਹੈ। ਜਦੋਂ ਉਹ ਜਿਹੜੀ ਮਸੰਦ ਪ੍ਰਥਾ ਹੌਲੀ ਹੌਲੀ ਜਦੋਂ ਬਿਲਕੁਲ ਸਾਰਥਿਕ ਵੀ ਹੋਣੀ ਹੋ ਗਈ, ਸਾਰਥਿਕਤਾ ਗਵਾ ਚੁੱਕੀ, ਤੇ ਗੁਰੂ ਸਾਹਿਬ ਨੇ ਉਹ 10ਵੇਂ ਪਾਤਸ਼ਾਹ ਨੇ ਸਮਾਪਤ ਵੀ ਕਰਤੀ। ਸਮੇਂ ਸਮਾਜ ਦੇ ਵਿੱਚ ਜਥੇਬੰਦੀਆਂ ਸੰਸਥਾਵਾਂ ਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੇ ਕੋਲ 26-27 ਹਜ਼ਾਰ ਮੁਲਾਜ਼ਮ ਆ। ਤਾਂ 26-27 ਹਜ਼ਾਰ ਮੁਲਾਜ਼ਮ ਕੋਈ ਗੁਰਸਿੱਖੀ 'ਚ ਪਰਪੱਕ ਤੇ ਨਹੀਂ ਸਾਰੇ ਹੈਗੇ, ਵਿੱਚੋਂ ਬਹੁਤ ਸਾਰਿਆਂ ਚੂਨਤਾਈਆਂ ਵੀ ਹੋਣਗੀਆਂ, ਬਹੁਤ ਸਾਰੇ ਇਹੋ ਜਿਹੇ ਅਮਲ ਵੀ ਕਰਦੇ ਹੋਣਗੇ ਜਿਹੜੇ ਗੁਰਸਿੱਖੀ ਦੀ ਜਿਹੜੀ ਮਰਿਆਦਾ ਦੇ ਵਿੱਚ ਪ੍ਰਵਾਨ ਨਹੀਂ ਹੈਗੇ। ਸੋ ਸਾਰਿਆਂ 'ਤੇ ਜਿਹੜਾ ਮਾੜੇ ਅਨਸਰਾਂ ਦੇ ਉੱਤੇ ਕਾਰਵਾਈ ਹੁੰਦੀ ਵੀ ਆ ਤੇ ਹੋਣੀ ਵੀ ਚਾਹੀਦੀ ਆ। ਤੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਾਰੀ ਹੀ ਸੰਸਥਾ ਨੂੰ ਇੱਕੋ ਰੱਸੇ ਬੰਨ੍ਹ ਦਿਓ ਤੁਸੀਂ ਕਿ ਸਾਰੇ ਬੜੇ ਗੁਰਸਿੱਖ ਵੀ ਮੈਂ ਇਹਦੇ ਵਿੱਚ ਜਿਹੜੇ ਅਧਿਕਾਰੀ ਮੁਲਾਜ਼ਮ ਵੇਖੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਮੈਂ ਇੱਕ ਦਿਨ ਮਾਸਟਰ ਤਾਰਾ ਸਿੰਘ ਹੋਰਾਂ ਬਾਰੇ ਪੜ੍ਹ ਰਿਹਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਆ, ਸਕੱਤਰ ਵੀ ਰਹੇ ਆ, ਉਹ ਵੇਖੋ ਅਕਾਲੀ ਦਲ ਦੇ ਵੀ ਪ੍ਰਧਾਨ ਰਹੇ ਆ। ਉਹਨਾਂ ਨੇ ਦੱਸਦੇ ਆ ਕਿ ਉਹ ਪੈਨ ਤੱਕ ਵੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਨਹੀਂ ਵਰਤਦੇ ਹੁੰਦੇ। ਤੇ ਜਦੋਂ ਉਹਨਾਂ ਨੇ ਆਪਣੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਉਹ ਟਾਂਗੇ ਤੇ ਬਹਿ ਕੇ ਆ ਜਾਂਦੇ ਹੁੰਦੇ ਸੀ। ਹਾਂਜੀ, ਇੱਕ ਬੜੀ ਸੋਹਣੀ ਆਪਣੇ ਹੁਣ ਸਵਰਗ ਸਿਧਾਰ ਗਏ ਨੇ ਸਾਡੇ ਸਾਬਕਾ ਡਿਪਟੀ ਸਪੀਕਰ ਸਰਦਾਰ ਬੀਰ ਦਵਿੰਦਰ ਸਿੰਘ, ਉਹ ਸਿੱਖ ਰਾਜਨੀਤੀ ਨਾਲ ਤੇ ਸਿੱਖ ਸਿਆਸਤ ਨਾਲ ਜਾਂ ਸਿੱਖ ਵਿਧਾਨਾਂ ਦੇ ਨਾਲ ਬਹੁਤ ਡੂੰਘੇ ਜੁੜੇ ਸੀ। ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਸੁਣਾਈ ਸੀ ਮਾਸਟਰ ਤਾਰਾ ਸਿੰਘ ਬਾਰੇ। ਕਹਿੰਦੇ ਇੱਕ ਵਾਰ ਮਾਸਟਰ ਤਾਰਾ ਸਿੰਘ ਹੋਰਾਂ ਕੋਲ ਕੁਝ ਸਿੱਖ ਸੰਗਤਾਂ ਆ ਕੇ ਬੈਠੀਆਂ ਸੀ ਕਿਸੇ ਲੋੜਵੰਦ ਸਿੱਖ ਦੀ ਧੀ ਦੇ ਵਿਆਹ ਦੇ ਲਈ ਕੋਈ ਮਦਦ ਲੈਣ ਲਈ, ਤੇ ਉਹ ਜੀ ਆ ਕੇ ਬੈਠੇ ਸੀ, ਜਲ ਪਾਣੀ ਗ੍ਰਹਿਣ ਕਰ ਰਹੇ ਸੀ, ਤੇ ਮਾਸਟਰ ਜੀ ਦੀ ਬੇਟੀ ਆਈ ਤੇ ਮਾਸਟਰ ਜੀ ਨੂੰ ਕਹਿਣ ਲੱਗੀ ਕਿ ਪਿਤਾ ਜੀ ਮੈਂ ਕੋਈ ਕਾਪੀ ਜਾਂ ਪੈਨ ਲੈਣਾ, ਮੈਨੂੰ 5 ਰੁਪਏ ਦਿਓ। ਤੇ ਉਹਨਾਂ ਨੇ ਆਪਣਾ ਨਾ ਜਿਹੜਾ ਸੱਜਾ ਖੀਸਾ ਉਹ ਕੱਢ ਕੇ ਦਿਖਾਇਆ, ਕਹਿੰਦੇ ਵੀ ਮੇਰੇ ਖੀਸੇ ਦੇ ਵਿੱਚ 1 ਰੁਪਈਆ ਨਹੀਂ ਹੈ, ਪੈਸੇ ਨਹੀਂ ਆ। ਤੇ ਉਹ ਧੀ ਵਾਪਸ ਚਲ ਗਈ।
ਤੇ ਜਦੋਂ ਫਿਰ ਬਾਅਦ ਵਿੱਚ ਜਿਹੜੀ ਸੰਗਤ ਆਈ ਸੀ ਕਿਸੇ ਲੋੜਵੰਦ ਦੀ ਮਦਦ ਕਰਨ ਲਈ, ਤਾਂ ਜਦੋਂ ਉਹਨਾਂ ਨੇ ਆਪਣੇ ਖੱਬੇ ਖੀਸੇ 'ਚੋਂ ਕੱਢ ਕੇ ਉਹਨਾਂ ਨੂੰ ਯਥਾ ਸ਼ਕਤ ਜਿਹੜੀ ਮਾਇਆ ਦਿੱਤੀ, ਤਾਂ ਉਹ ਵਿੱਚੋਂ ਕਿਸੇ ਦੇ ਮਨ ਦੇ ਵਿੱਚ ਸ਼ੰਕਾ ਉਤਪੰਨ ਹੋਈ। ਉਹ ਕਹਿੰਦੇ ਮਾਸਟਰ ਜੀ ਤੁਸੀਂ ਤੇ ਆਪਣੀ ਬੇਟੀ ਨਾਲ ਝੂਠ ਕਿਉਂ ਬੋਲਿਆ? ਕਹਿੰਦੇ ਕੀ ਝੂਠ ਬੋਲਿਆ? ਕਹਿੰਦੇ ਤੁਸੀਂ ਉਹਨੂੰ ਕਿਹਾ ਮੇਰੇ ਕੋਲ ਮਾਇਆ ਹੈ ਨਹੀਂ, ਮਾਇਆ ਤੁਸੀਂ ਸਾਨੂੰ ਦੇਤੀ। ਉਹ ਕਹਿੰਦੇ ਭਾਈ ਸਿੰਘੋ, ਇਹ ਜਿਹੜਾ ਸੱਜਾ ਖੀਸਾ ਆ ਇਹ ਮੇਰੇ ਪਰਿਵਾਰ ਦਾ, ਖੱਬਾ ਖੀਸਾ ਪੰਥ ਦਾ, ਤੇ ਪੰਥ ਦੀ ਮਾਇਆ ਜਿਹੜੀ ਆ ਉਹ ਮੈਂ ਆਪਣੇ ਘਰ ਤੇ ਨਹੀਂ ਲੁਟਾ ਸਕਦਾ, ਉਹ ਪੰਥ ਦੀ ਅਮਾਨਤ ਆ। ਸੋ ਇਦਾਂ ਦੇ ਗੁਰਸਿੱਖ ਵੀ ਹੋਏ ਆ, ਹੁਣ ਵੀ ਹੈਗੇ ਆ। ਤੁਸੀਂ ਦਰਬਾਰ ਸਾਹਿਬ ਜਾਓ, ਬਹੁਤ ਵਾਰ ਖਬਰਾਂ ਆਉਂਦੀਆਂ ਆ ਕਿ ਦਰਬਾਰ ਸਾਹਿਬ ਦਾ ਜਾਂ ਕਿਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਦਾ ਮੁਲਾਜ਼ਮ ਕੋਈ ਬੇਨਿਯਮੀ ਕਰਦਾ ਜਾਂ ਅਨੈਤਿਕ ਕਾਰਵਾਈ ਕਰਦਾ, ਉਹਦੀ ਖਬਰ ਲੱਗਦੀ। ਪਰ ਕਦੇ ਕਿਸੇ ਨੇ ਇਹ ਵੇਖਿਆ ਜਾ ਕੇ ਰੋਜ਼ਾਨਾ ਜਦੋਂ ਆਪਣੇ ਦੁਪਹਿਰ ਦੇ ਪ੍ਰਸ਼ਾਦੇ ਦਾ ਸਮਾਂ ਹੁੰਦਾ, ਜਿਹਨੂੰ ਲੰਚ ਟਾਈਮ ਕਹਿੰਦੇ ਆ, 1 ਤੋਂ 2 ਵਜੇ, ਤਾਂ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਾਂ ਦਰਬਾਰ ਸਾਹਿਬ ਦੇ ਮੁਲਾਜ਼ਮ, ਸੇਵਾਦਾਰ ਸਿੰਘ, ਅਧਿਕਾਰੀ, ਸਕੱਤਰ ਤੱਕ, ਉਹ ਜਿਹੜੇ ਆ ਪ੍ਰਸ਼ਾਦਾ ਛਕਣ ਤੋਂ ਬਾਅਦ ਜਿਹੜਾ ਆਪਣੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਜੋੜਾ ਘਰ ਆ, ਉੱਥੇ ਜੋੜੇ ਪਾਲਿਸ਼ ਕਰਨ ਦੀ ਸੇਵਾ ਵੀ ਕਰਦੇ ਆ। ਬਹੁਤ ਸਾਰੇ ਅਧਿਕਾਰੀ ਸਾਹਿਬਾਨ ਇਹੋ ਜਿਹੇ ਆ ਕਿ ਜਿਹੜੇ ਸ਼ਾਮ ਨੂੰ 5 ਵਜੇ ਛੁੱਟੀ ਤੋਂ ਬਾਅਦ ਵੀ ਜਾ ਕੇ ਉੱਥੇ ਸੇਵਾ ਕਰਦੇ ਆ। ਸੋ ਇਸ ਕਰਕੇ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਨੂੜਿਆ ਜਾਣਾ ਚਾਹੀਦਾ। ਸਰ ਜਿਹੜੀ ਤੁਹਾਡੀ ਗੱਲ ਹੈ ਕਿ ਸਮਾਜ ਦੇ ਵਿੱਚ ਇੱਕ ਸਮਾਜ ਜਿਹੜਾ ਬਣਿਆ ਹੋਇਆ ਹੈ, ਉਹਦੇ ਵਿੱਚ ਸਾਰੇ ਹੀ ਲੋਕ ਜਿਹੜੇ ਹੁਣ ਇੱਕ ਤਰ੍ਹਾਂ ਦੇ ਹੋ ਚੁੱਕੇ ਨੇ, ਇਸ ਕਰਕੇ ਉਹਨਾਂ ਦੀ ਪੁਣਛਾਣ ਨਹੀਂ ਕੀਤੀ ਜਾ ਸਕਦੀ। ਉਹਦਾ ਜਿਹੜਾ ਅਸਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਪੈਣਾ, ਤੁਸੀਂ ਇਹ ਗੱਲ ਬਿਲਕੁਲ ਕਿਸੇ ਹਰ ਸੰਸਥਾ ਤੇ ਪੈਣਾ। ਪਰ ਫਿਰ ਵੀ ਸਵਾਲ ਤਾਂ ਇਹ ਉੱਠਦਾ ਹੈ, ਮੈਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰਾਂ ਤੋਂ ਲੈ ਕੇ ਲੋਕਾਂ ਦੀ ਜ਼ੁਬਾਨਾਂ ਤੱਕ ਕਿਉਂ ਹੈ? ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਜ਼ਿੰਮੇਵਾਰੀ ਵੱਡੀ ਹੈ, ਉਹਦੇ ਮੋਢਿਆਂ ਤੇ ਭਾਰ ਵੱਡਾ ਹੈ, ਪੰਥ ਦਾ ਉਹਨੇ ਪੂਰਾ ਭਾਰ ਚੱਕਿਆ ਹੋਇਆ, ਸਿੱਖ ਕੌਮ ਦਾ ਭਾਰ ਚੱਕਿਆ ਹੋਇਆ। ਸੋ ਇੱਕ ਧਾਰਮਿਕ ਸੰਸਥਾ ਹੁੰਦੇ ਨੇ, ਬਾਕੀ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਜਿਨ੍ਹਾਂ ਦਾ ਆਪਾਂ ਸਰਕਾਰਾਂ ਦਾ ਜ਼ਿਕਰ ਕਰ ਰਹੇ ਹਾਂ, ਹੋਰ ਸਮਾਜ ਸੇਵੀ ਸੰਸਥਾਵਾਂ ਦਾ ਜ਼ਿਕਰ ਕਰ ਰਹੇ ਹਾਂ, ਉਹ ਸਮਾਜਿਕ ਸੰਸਥਾਵਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਖੜੀ ਹੋ ਕੇ ਪਹਿਰਾ ਦੇ ਰਹੀ ਹੈ। ਜੇ ਉਹਦੇ ਵਿੱਚ ਬੇਨਿਯਮੀਆਂ ਹੁੰਦੀਆਂ ਨੇ, ਘਪਲੇ ਹੁੰਦੇ ਨੇ, ਕੋਈ ਦੁਰਾਚਾਰ ਹੁੰਦਾ ਹੈ, ਤਾਂ ਸਵਾਲ ਤਾਂ ਫਿਰ ਵੱਡਾ ਹੀ ਬਣਦਾ ਨਾ, ਕਿਉਂ ਨਾ ਵੱਡਾ ਬਣੇ? ਨਹੀਂ, ਬਿਲਕੁਲ ਸਵਾਲ ਬਣਦਾ ਵੀ ਆ। ਔਰ ਸ਼੍ਰੋਮਣੀ ਗੁਰਦੁਆਰਾ ਆਮ ਤੌਰ 'ਤੇ ਨਾ ਲੋਕਾਂ ਦੇ ਵਿੱਚ ਇਹ ਮਿੱਥ ਬਣੀ ਹੋਈ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਹਰੇਕ ਘਰ ਦੀ ਜ਼ਗੀਰੀ ਆ, ਜਿੱਥੋਂ ਮਰਜ਼ੀ ਗੋਲਕ ਤੋਂ ਪੈਸੇ ਕੱਢ ਕੇ ਜਿੱਥੇ ਮਰਜ਼ੀ ਵਰਤ ਲਏ ਜਾਂ ਜਿੱਥੋਂ ਮਰਜ਼ੀ ਲਿਆ ਕੇ ਜੋ ਮਰਜ਼ੀ ਕਰ ਲਿਆ। ਸੋ ਇਸ ਤਰ੍ਹਾਂ ਨਹੀਂ ਆ। ਠੀਕ ਆ, ਬੇਨਿਯਮੀਆਂ ਹੁੰਦੀਆਂ, ਇਹ ਨਹੀਂ ਹੁੰਦੀਆਂ ਨਹੀਂ, ਕਰਦੇ ਲੋਕ ਕਈ ਜਿਹੜੇ, ਹੁਣ ਤੁਹਾਨੂੰ ਦੱਸਿਆ ਵੀ 27,000 ਮੁਲਾਜ਼ਮ ਆ, 27,000 ਦਾ 27,000 ਇਮਾਨਦਾਰ ਥੋੜ੍ਹੀ ਹੋਏਗਾ। ਠੀਕ ਆ, ਬਹੁਤ ਸਾਰੇ ਜਿਹੜੇ ਨੁਮਾਇੰਦੇ ਵੀ ਜਿਹੜੇ ਕੁਝ ਬੇਨਿਯਮੀਆਂ ਕਰ ਲੈਂਦੇ ਆ, ਕੋਈ ਅਚੇਤ ਰੂਪ 'ਚ ਕਰ ਲੈਂਦੇ, ਕੋਈ ਸੀਰਤ ਰੂਪ 'ਚ ਕਰ ਲੈਂਦਾ। ਆਪਾਂ ਇਹ ਵੀ ਦੇਖਿਆ ਕਿ ਗੁਰੂ ਸਾਹਿਬਾਨ ਵੇਲੇ ਵੀ ਜਦੋਂ ਗੁਰੂ ਸਾਹਿਬ ਮਹਾਰਾਜ ਆਪ ਇਸ ਧਰਤੀ 'ਤੇ ਪ੍ਰਗਟ ਸੀਗੇ, ਵਿਚਰਦੇ ਸੀਗੇ ਦੇਹੀ ਰੂਪ ਦੇ ਵਿੱਚ, ਉਦੋਂ ਵੀ ਜਿਹੜੇ ਕਈ ਬੰਦੇ ਜਿਹੜੇ ਉਹਨਾਂ ਦੇ ਨਾਲ ਜਾਂ ਗੁਰੂ ਘਰ ਦੇ ਵਿੱਚ ਅਜਿਹੇ ਜੁੜਦੇ ਰਹੇ ਜਿਹੜੇ ਕੀ ਗੁਰੂ ਸਿਧਾਂਤਾਂ ਦੇ ਉੱਤੇ ਖਰੇ ਨਹੀਂ ਉਤਰਦੇ ਸੀਗੇ। ਕੋਈ ਐਕਸਟਰਾ ਮਸ਼ੀਨ ਨਹੀਂ ਹੈ ਜਿਸ ਦੇ ਨਾਲ ਉਹ ਪਛਾਣ ਹੋ ਸਕੇ। ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਤੁਸੀਂ ਉਹਦਾ ਕੋਈ ਹਵਾਲਾ ਵੀ ਦੇ ਦੋਗੇ, ਮੈਨੂੰ ਜ਼ਰੂਰ ਪਤਾ ਹੈਗਾ। ਪਰ ਇਹ ਗੱਲ ਤਾਂ ਮੈਨੂੰ ਇਹ ਦੱਸੋ ਨਾ ਕਿ ਜੇ ਉਹ ਬੇਨਿਯਮੀਆਂ ਹੋ ਗਈਆਂ, ਉਸ ਦੇ ਬਾਵਜੂਦ ਜਦੋਂ ਉਹਨਾਂ 'ਤੇ ਕਾਰਵਾਈਆਂ ਹੁੰਦੀਆਂ ਨੇ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ, ਉਸ ਦੇ ਬਾਵਜੂਦ ਉਹਨਾਂ ਨੂੰ ਮੁੜ ਕੇ ਬਹਾਲ ਕਿਉਂ ਕਰ ਦਿੱਤਾ ਜਾਂਦਾ? ਦੇਖੋ, ਪਹਿਲਾਂ ਮੈਂ ਤੁਹਾਨੂੰ ਇਹਦੇ ਥੋੜ੍ਹਾ ਜਿਹਾ ਵਿਸਥਾਰ 'ਚ ਦੱਸਾਂਗਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਜਿਹੜੀ, ਇਹ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਚੱਲਦੀ ਹੈ। ਔਰ ਐਕਟ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਪ੍ਰਬੰਧ ਸਕੀਮ, ਸੇਵਾ ਨਿਯਮ ਤੇ ਨਿਯਮ ਉਪਨਿਯਮ, ਇਹ ਚੀਜ਼ਾਂ ਵੀ ਨਾਲ ਨੇ। ਇਹਨਾਂ ਦੇ ਵਿੱਚ ਕੀ ਆ ਕਿ ਜਿਹੜੇ ਸਰਵਿਸ ਰੂਲਸ ਆ ਮੁਲਾਜ਼ਮਾਂ ਦੇ, ਉਹਨਾਂ 'ਚ ਸਪਸ਼ਟ ਲਿਖਿਆ ਕੋਈ ਵੀ ਮੁਲਾਜ਼ਮ ਗੁਰਦੁਆਰੇ ਦੀ ਅਮਾਨਤ, ਗੁਰੂ ਘਰ ਦੀ ਅਮਾਨਤ ਨੂੰ ਜੇ ਆਪਣੇ ਨਿੱਜੀ ਹਿੱਤ ਲਈ ਵਰਤਦਾ ਆ ਤਾਂ ਉਹ ਜਿਹੜੀ ਉਹਦੀਆਂ ਸੇਵਾਵਾਂ ਮਨਸੂਖ ਕੀਤੀਆਂ ਜਾ ਸਕਦੀਆਂ। ਫਿਰ ਇਹਦੇ ਨਾਲ ਇਹ ਵੀ ਲਿਖਿਆ ਕਿ ਜੇ ਕੋਈ ਗੁਰਦੁਆਰੇ ਦੇ ਧਨ ਨੂੰ, ਕੋਈ ਵੀ ਨੁਮਾਇੰਦਾ ਜਾਂ ਮੁਲਾਜ਼ਮ ਗੁਰਦੁਆਰੇ ਦੇ ਧਨ ਨੂੰ ਆਪਣੇ ਧਨ ਵਾਂਗ ਸੰਕੋਚ ਕੇ ਵਰਤੇ, ਜਿੱਥੇ ਵੀ ਵਰਤਣਾ ਗੁਰੂ ਘਰ ਦੇ ਕੰਮ ਲਈ ਵਰਤਣਾ, ਸੰਕੋਚ ਕੇ ਵਰਤੇ। ਇਹ ਨਹੀਂ ਵੀ ਖੁੱਲ੍ਹੇ ਦਿਲ ਨਾਲ ਕਿ ਇਹ ਕਿਹੜਾ ਮੇਰੀ ਆਪਣੀ ਹੱਕ ਦੀ ਕਮਾਈ ਆ, ਇੱਦਾਂ ਨਹੀਂ। ਉਹਨਾਂ ਨੇ ਕਿਹਾ ਵੀ ਜੇ ਉਹਦੀ ਇਮਾਨਤ 'ਚ ਕੋਈ ਖਿਆਨਤ ਪਾਉਂਦਾ ਤਾਂ ਉਹ ਦੇਣਦਾਰ ਆ, ਉਹਦੇ ਖਿਲਾਫ ਕਾਰਵਾਈ ਬਣਦੀ ਆ, ਉਹ ਸਸਪੈਂਡ ਵੀ ਹੁੰਦੇ ਆ ਔਰ ਸੇਵਾ ਤੋਂ ਮੁਕਤ ਵੀ ਹੁੰਦੇ ਆ। ਅਗਲੀ ਗੱਲ ਤੁਹਾਡੀ 'ਤੇ ਆਏ ਨਾ ਕਿ ਜਿਹੜੀ ਤੁਸੀਂ ਗੱਲ ਕੀਤਾ, ਠੀਕ ਹੈ, ਬਹੁਤ ਵਾਰੀ ਬਹੁਤ ਸਾਰੇ ਮੁਲਾਜ਼ਮ ਇਹੋ ਜਿਹੇ ਹੁੰਦੇ ਆ ਜਿਹੜੇ ਮਰਿਆਦਾ ਦੇ ਉਲਟ ਕਾਰਵਾਈਆਂ ਕਰ ਲੈਂਦੇ ਆ ਜਾਂ ਫਿਰ
ਉਹ ਬੇਨਿਜ਼ਮੀ ਵਿੱਤੀ ਬੇਨਿਜ਼ਮੀ ਕਰ ਲੈਂਦੇ ਜਾਂ ਹੋਰ ਕੋਈ ਗਲਤੀ ਕਰ ਲੈਂਦੇ, ਉਹਨਾਂ ਨੂੰ ਤੁਰੰਤ ਪ੍ਰਭਾਵ ਜਿਹੜਾ ਸਸਪੈਂਡ ਕਰ ਦਿੱਤਾ ਜਾਂਦਾ ਔਰ ਕਈਆਂ ਨੂੰ ਬਰਖਾਸਤ ਵੀ ਕਰ ਦਿੱਤਾ ਜਾਂਦਾ ਸੇਵਾ ਨਿਯਮਾਂ ਦੇ ਮੁਤਾਬਕ ਜੋ ਐਜ਼ ਪਰ ਰੂਲ ਕਾਰਵਾਈ ਬਣਦੀ। ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਅੱਜ ਕੱਲ੍ਹ ਲੋਕ ਮਿੰਟ ਨਹੀਂ ਲਾਉਂਦੇ ਅਦਾਲਤਾਂ 'ਚ ਜਾਣ ਲੱਗਿਆ। ਉਹ ਅਦਾਲਤ 'ਚ ਜਾ ਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਡੀ ਮਰਿਆਦਾ, ਸਾਡੀ ਪਰੰਪਰਾ, ਸਾਡੇ ਸਿਧਾਂਤਾਂ ਦੇ ਵਿੱਚ ਉਹ ਇੱਕ ਮੌਲਿਕ ਕਦਰਾਂ ਕੀਮਤਾਂ ਦੇ ਵਜੋਂ ਨੇ। ਪਰ ਅਦਾਲਤ ਕਿਸੇ ਮੌਲਿਕ ਵਿਧੀ ਵਿਧਾਨ ਦੇ ਉੱਤੇ ਨਹੀਂ ਟਿਕੀ ਹੁੰਦੀ। ਅਦਾਲਤ ਸਬੂਤ ਮੰਗਦੀ ਆ। ਇੱਕ ਛੋਟੀ ਜਿਹੀ ਮਿਸਾਲ ਦਿੰਦਾ, ਸਮਾਜ ਦੇ ਵਿੱਚ ਅਦਾਲਤ ਕਹਿੰਦੀ ਆ ਕਿ ਕੋਈ ਮਨੁੱਖ ਵਿਭਚਾਰ ਕਰਦਾ, ਕੋਈ ਪ੍ਰਾਣੀ, ਕੋਈ ਇਸਤਰੀ ਪੁਰਸ਼ ਵਿਭਚਾਰ ਕਰਦਾ ਤਾਂ ਉਹ ਕ੍ਰਾਈਮ ਨਹੀਂ ਆ ਜਦ ਤੱਕ ਉਹ ਆਪਸੀ ਸਹਿਮਤੀ ਨਾਲ ਕਰਦਾ। ਤਾਂ ਸਾਡੀ ਪਰੰਪਰਾ, ਸਾਡੀ ਮਰਿਆਦਾ ਇਹ ਕਹਿੰਦੀ ਆ ਕਿ ਕੋਈ ਵੀ ਸਿੱਖ ਜਿਹੜਾ ਕੋਈ ਗੁਰਸਿੱਖ ਆ ਉਹ ਪਰ ਇਸਤਰੀ ਪੁਰਸ਼ ਨਾਲ ਗਮਨ ਕਰਦਾ ਤਾਂ ਉਹ ਪੰਥ 'ਚੋਂ ਜਾਂ ਖਾਰਜ ਹੋ ਜਾਂਦਾ, ਉਹ ਪੰਥ ਦੇ ਵਿੱਚੋਂ ਛੇਕਿਆ ਜਾਂਦਾ। ਠੀਕ ਹੈ, ਤੇ ਅਦਾਲਤ ਤੇ ਉਹਨੂੰ ਤਦ ਤੱਕ ਦੋਸ਼ੀ ਨਹੀਂ ਮੰਨਦੀ ਜਦ ਤੱਕ ਦੋਨਾਂ ਧਿਰਾਂ ਦੇ ਵਿੱਚ ਇੱਕ ਬੰਦਾ ਦੂਜੇ ਦੇ ਖਿਲਾਫ ਸ਼ਿਕਾਇਤ ਨਹੀਂ ਕਰਦਾ। ਇਸੇ ਤਰ੍ਹਾਂ ਮੈਂ ਤੁਹਾਡੀ ਗੱਲ ਤੇ ਆਵਾਂ, ਕਈ ਵਾਰ ਕੀ ਹੁੰਦਾ ਨਹੀਂ, ਫਿਰ ਤੁਸੀਂ ਕਹਿੰਦੇ ਹੋ ਕਿ ਸਰਵਿਸ ਰੂਲ ਬਣੇ ਹੋਏ ਨੇ, ਨਿਯਮਾਵਲੀ ਉਪ ਨਿਯਮਾਵਲੀ ਬਣੀ ਹੋਈ ਹੈ, ਜੇ ਬਣੀ ਹੋਈ ਹੈ ਤਾਂ ਫਿਰ ਉਹ ਕੋਰਟ ਨੂੰ ਮੰਨਦੀ ਨਹੀਂ। ਮੈਂ ਤਾਂ ਉਹੀ ਦੱਸਣਾ ਨਾ, ਕਈ ਵਾਰ ਕੀ ਹੁੰਦਾ, ਮੈਂ ਮਿਸਾਲ ਦੇ ਤੌਰ ਤੇ ਕੋਈ ਮੁਲਾਜ਼ਮ ਸ਼ਰਾਬ ਪੀਂਦਾ ਫੜਿਆ ਜਾਂਦਾ, ਉਹਨੂੰ ਜਿਹੜਾ ਉਹ ਤੁਰੰਤ ਮੈਨੇਜਰ ਜਾਂ ਸੰਬੰਧਿਤ ਅਥਾਰਟੀ ਆ ਉਹ ਨੌਕਰੀ ਤੋਂ ਫਰਕ ਕਰ ਦਿੰਦੀ ਜੀ। ਉਸ ਤੋਂ ਬਾਅਦ ਉਹ ਬੰਦਾ ਕੀ ਕਰਦਾ ਕਿ ਤੁਹਾਨੂੰ ਪਤਾ ਕਾਨੂੰਨ ਜਿਹੜਾ ਆ ਉਹ ਸਬੂਤਾਂ ਨਾਲ ਚੱਲਦਾ। ਦੁਨੀਆ ਦੀਆਂ ਅਦਾਲਤਾਂ ਦੇ ਵਿੱਚ ਸਬੂਤਾਂ ਦੇ ਆਧਾਰ ਤੇ, ਸਬੂਤਾਂ ਦੀਆਂ ਨਾ ਹੋਣ ਦੇ ਆਧਾਰ ਤੇ ਗੁਨਾਹਗਾਰ ਬਰੀ ਹੋ ਜਾਂਦੇ ਆ, ਤੇ ਸਬੂਤਾਂ ਦੀ ਜਿਹੜੀ ਆ ਘਾਟ ਦੇ ਆਧਾਰ ਤੇ ਜਾਂ ਸਬੂਤਾਂ ਦੇ ਆਧਾਰ ਤੇ ਕਈ ਵਾਰ ਬੇਗੁਨਾਹ ਵੀ ਫਾਂਸੀ ਤੇ ਚੜ੍ਹ ਜਾਂਦੇ ਆ। ਸੋ ਇਸ ਤਰੀਕੇ ਦੇ ਨਾਲ ਉਹ ਕੀ ਕਰਦੇ ਆ ਕਿ ਜੇ ਕੋਈ ਸ਼ਰਾਬੀ ਫੜਿਆ ਜਾਂਦਾ, ਉਹ ਕਿਸੇ ਡਾਕਟਰ ਕੋਲੋਂ ਮੈਡੀਕਲ ਬਣਾ ਲੈਂਦਾ ਕਿ ਮੈਂ ਤੇ ਜੀ ਆਹ ਦਵਾਈ ਖਾ ਰਿਹਾ ਸੀ, ਉਹਦੇ ਕਰਕੇ ਅਲਕੋਹਲ ਮੇਰੇ ਸਰੀਰ ਦੇ ਵਿੱਚ ਮੌਜੂਦ ਆ। ਉਹ ਡਾਕਟਰੀ ਸਰਟੀਫਿਕੇਟ ਬਣਾ ਕੇ ਅਦਾਲਤ 'ਚ ਦੇ ਦਿੰਦਾ। ਅਦਾਲਤ ਉਹਨੂੰ ਜਿਹੜਾ ਉਹ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਆਦੇਸ਼ ਦੇ ਦਿੰਦੀ ਆ ਕਿ ਇਹਨੂੰ ਜਿਹੜਾ ਨੌਕਰੀ ਤੇ ਦੁਬਾਰਾ ਰੱਖੋ। ਫਿਰ ਦੱਸੋ ਸ਼੍ਰੋਮਣੀ ਕਮੇਟੀ ਕੀ ਕਰੇਗੀ? ਬਹੁਤ ਜਿਹੜਾ ਇਸ ਤਰੀਕੇ ਦੇ ਨਾਲ ਨਾ ਸਮੇਂ ਦੇ ਨਾਲ, ਕਿਉਂਕਿ ਗੁਰਦੁਆਰਾ ਐਕਟ ਬਣੇ ਨੂੰ 103 ਸਾਲ ਹੋ ਚੱਲੇ ਲਗਭਗ, ਮਾਫ ਕਰਨਾ, ਸ਼੍ਰੋਮਣੀ ਕਮੇਟੀ ਬਣੀ ਨੂੰ 103 ਸਾਲ ਹੋ ਚੱਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਜਿਹੜਾ 1925 'ਚ ਬਣਿਆ, ਉਹਨੂੰ 2025 'ਚ 100 ਸਾਲ ਹੋ ਜਾਣੇ। ਸੋ 100 ਸਾਲ ਦੇ ਵਿੱਚ ਲਗਭਗ ਇਸ ਐਕਟ ਦੇ ਵਿੱਚ ਜਿਹੜੀਆਂ ਚੀਜ਼ਾਂ ਬਹੁਤ ਸਾਰੀਆਂ ਨੇ, ਉਹਨਾਂ 'ਚ ਸਮੇਂ ਦੇ ਨਾਲ ਉਹਨੂੰ ਜਿਹੜਾ ਅਪਡੇਟ ਕਰਨ ਦੀ ਲੋੜ ਆ, ਤਰਮੀਮਾਂ ਕਰਨ ਦੀ ਲੋੜ ਆ, ਸਾਡੀ ਮਰਿਆਦਾ ਦੇ ਮੁਤਾਬਕ, ਨਾ ਕਿ ਦੁਨੀਆ ਦੀਆਂ ਅਦਾਲਤਾਂ ਦੇ ਮੁਤਾਬਕ। ਸੋ ਇਸ ਤਰੀਕੇ ਦੇ ਨਾਲ ਉਹਨਾਂ ਦੀ ਕਈ ਕਮੀਆਂ ਪੇਸ਼ਾਂ ਦੀ ਆੜ ਦੇ ਵਿੱਚ ਜਿਹੜਾ ਉਹ ਕੋਈ ਮੁਲਾਜ਼ਮ ਅਦਾਲਤ ਦੀ ਜਿਹੜੀ ਸਹਾਰਾ ਲੈ ਲੈਂਦਾ ਤਾਂ ਫਿਰ ਉਹ ਉੱਥੋਂ ਜਿਹੜਾ ਉਹ ਦੁਬਾਰਾ ਸਰਵਿਸ 'ਤੇ ਬਹਾਲ ਹੋਣ ਦੇ ਵਿੱਚ ਕਾਮਯਾਬ ਹੋ ਜਾਂਦਾ। ਵਿੱਤੀ ਬੇਨਿਯਮੀਆਂ ਦੇ ਮਾਮਲਿਆਂ 'ਚ ਵੀ ਇਵੇਂ ਹੁੰਦਾ, ਔਰ ਮਰਿਆਦਾ ਦੀ ਜਿਹੜੀ ਆ ਉਹ ਭੰਗ ਕਰਨ ਦੇ ਮਾਮਲਿਆਂ 'ਚ। ਤੁਸੀਂ ਕਹਿੰਦੇ ਹੋ ਕਿ ਹਰੇਕ ਚੀਜ਼ ਦਾ ਕਾਇਦਾ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਿਆ ਹੋਇਆ ਹੈ, ਪਰ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸੇ ਧਰਮ ਕਰਨ ਦਾ ਕੋਈ ਵੀ ਨਿਯਮ ਨਹੀਂ ਹੈਗਾ। ਭਾਵੇਂ ਉਹ ਗੋਲਕ ਨੂੰ ਲੈ ਕੇ ਹੋਵੇ, ਕੋਈ ਪੈਸਾ ਚੱਕਣਾ ਹੈ, ਕੋਈ ਧਰਨਾ ਹੈ, ਕੋਈ ਚੋਰੀ, ਕੋਈ ਚਕਾਰੀ, ਮਤਲਬ ਕਿਸੇ ਤਰ੍ਹਾਂ ਦਾ ਕੋਈ ਨਿਯਮ ਹੀ ਨਹੀਂ ਹੈ ਲੋਕਾਂ 'ਚ। ਤਾਂ ਇਹ ਗੱਲ ਤੁਸੀਂ ਕਹਿੰਦੇ ਹੋ ਨਿਯਮਾਵਲੀਆਂ ਬਣੀਆਂ ਹੋਈਆਂ। ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਦੱਸਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਵਿਸ ਰੂਲਸ ਆ ਜਾਂ ਜਿਹੜੀ ਪ੍ਰਬੰਧ ਸਕੀਮ ਆ, ਫਰਜ਼ ਕਰੋ ਕਿ ਅਸੀਂ ਆਨੰਦਪੁਰ ਸਾਹਿਬ ਬੈਠੇ ਆ ਤਾਂ ਇੱਥੇ ਗੁਰਦੁਆਰਾ ਸਾਹਿਬ ਨੇ 1000 ਰੁਪਏ ਦੀ ਕੋਈ ਚੀਜ਼ ਖਰੀਦਣੀ ਆ ਜੀ। ਉਹਨਾਂ ਨੇ ਪਹਿਲਾਂ ਅੰਮ੍ਰਿਤਸਰ ਲਿਖ ਕੇ ਭੇਜਣਾ ਕਿ ਆਹ ਵਸਤ ਅਸੀਂ ਖਰੀਦਣੀ 1000 ਰੁਪਏ ਦੀ ਖਰੀਦਣੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਗੁਰਦੁਆਰਾ ਇੰਸਪੈਕਟਰ ਭੇਜਣੇ ਜਿਹੜੇ ਸੈਕਸ਼ਨ 85 ਦੇ ਅਧੀਨ ਆਉਂਦੇ ਆ। ਉਹਨਾਂ ਨੇ ਆ ਕੇ ਕੋਟੇਸ਼ਨਾਂ ਲੈਣੀਆਂ ਉਸ ਚੀਜ਼ ਦੀਆਂ। ਕੋਟੇਸ਼ਨ ਲੈ ਕੇ ਜਿੱਥੋਂ ਉਹਨਾਂ ਨੂੰ ਸਭ ਤੋਂ ਵਾਜਬ ਭਾਅ ਤੇ ਵਧੀਆ ਮਿਆਰੀ ਚੀਜ਼ ਮਿਲੇਗੀ, ਉਹ ਜਿਹੜੀ ਉਹਦੀ ਕੋਟੇਸ਼ਨ ਪ੍ਰਵਾਨ ਕਰਨੀ, ਫਿਰ ਉਹਦੀ ਖਰੀਦਦਾਰੀ ਹੋਣੀ ਜੀ। ਖਰੀਦਦਾਰੀ ਕਰਕੇ ਇੰਸਪੈਕਟਰ ਦੀ ਹਾਜ਼ਰੀ ਦੇ ਵਿੱਚ ਖਰੀਦਦਾਰੀ ਹੋਣੀ, ਫਿਰ ਖਰੀਦਦਾਰੀ ਕਰਕੇ ਸਾਰੇ ਬਿੱਲ ਪੈਣੇ, ਸਾਰਾ ਕੁਝ ਉਹ ਜਿਹੜਾ ਅੱਗੇ ਮਤਲਬ ਪ੍ਰਕਿਰਿਆ ਦੇ ਵਿੱਚ ਦਫ਼ਤਰ ਤੱਕ ਪਹੁੰਚਣਾ। ਸੋ ਇਹ ਨਹੀਂ ਆ ਕਿ ਉੱਥੇ ਮਤਲਬ ਅੰਨੀ ਪੀਵੇ ਕੁੱਤੀ ਚੱਟੇ ਵਾਲਾ ਹਿਸਾਬ ਨਹੀਂ ਹੈਗਾ, ਉੱਥੇ ਵਿਧੀ ਵਿਧਾਨ ਹੈਗੇ ਆ। ਪਰ ਜਿਵੇਂ ਮੈਂ ਗੱਲ ਕੀਤੀ ਕਿ ਜਿਨ੍ਹਾਂ ਨੇ ਚੋਰੀ ਕਰਨੀ, ਜਿਨ੍ਹਾਂ ਨੇ ਕੁਝ ਬੇਨਿਯਮੀ ਕਰਨੀ, ਉਹ ਹਰ ਥਾਂ ਰਾਹ ਲੱਭ ਲੈਂਦੇ ਆ। ਸਰਕਾਰਾਂ ਦੇ ਵਿੱਚ ਕਿੱਡੇ ਅਰਬਾਂ ਰੁਪਏ ਦੇ ਘੁਟਾਲੇ ਹੋ ਜਾਂਦੇ, ਕੀ ਆਪਾਂ ਉੱਥੇ ਵੀ ਮੰਨਾਂਗੇ ਵੀ ਉੱਥੇ ਵੀ ਇੱਦਾਂ ਹੀ ਚੱਲੀ ਜਾਂਦਾ ਕੰਮ, ਕੋਈ ਵਿਧੀ ਵਿਧਾਨ ਨਹੀਂ ਹੈਗਾ। ਸੋ ਜਿਹੜੇ ਮਾੜੇ ਅਨਸਰ ਹੁੰਦੇ ਆ, ਉਹਨਾਂ ਨੇ ਹਰ ਥਾਂ ਹੀ ਆਪਣਾ ਕੋਈ ਨਾ ਕੋਈ ਜਿਹੜਾ ਉਹ ਦਾਲ ਲਾਉਣਾ ਹੁੰਦਾ।
ਪਰ ਜਿਹੜਾ ਉੱਥੇ ਦੇ ਪ੍ਰਬੰਧ ਜਿਹੜੇ ਆ ਉਹਨਾਂ ਨੂੰ ਫੜਨਾ ਹੁੰਦਾ। ਸੋ ਸਮੇਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੀਆਂ ਪ੍ਰਬੰਧਾਂ ਦੇ ਵਿੱਚ ਜਿਹੜੀਆਂ ਖਾਮੀਆਂ ਨੇ, ਬਹੁਤ ਸਾਰੀਆਂ ਖਾਮੀਆਂ ਦੂਰ ਕਰਨ ਦੀ ਲੋੜ ਵੀ ਆ। ਇਹ ਨਹੀਂ ਲੋੜ ਨਹੀਂ ਹੈਗੀ। ਬਹੁਤ ਸਾਰੇ ਚੋਰ ਮੋਰੀਆਂ ਜਿਹੜੀਆਂ ਆ ਚੁੱਕੀਆਂ ਨੇ, ਉਹਨਾਂ ਨੂੰ ਵੀ ਦੂਰ ਕਰਨ ਦੀ ਲੋੜ ਆ। ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਸਮੇਂ ਦੇ ਨਾਲ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਉਹ ਜਿਹੜੀ ਇਹ 100 ਸਾਲ ਪੁਰਾਣਾ ਐਕਟ ਆ, 100 ਸਾਲ ਦੇ ਵਿੱਚ ਬਹੁਤ ਕੁਝ ਤਬਦੀਲ ਹੋਇਆ। ਉਦੋਂ ਕਾਗਜ਼ਾਂ ਦਾ ਸਮਾਂ ਸੀ, ਅੱਜ ਕੰਪਿਊਟਰ ਦਾ ਯੁੱਗ ਆ। ਤਾਂ ਇਹ ਸਾਰਾ ਕੁਝ ਅਪਡੇਟੇਸ਼ਨ ਕਰਾਉਣ ਦੀ ਲੋੜ ਹੈ। ਇੱਕ ਮਾਨਸਿਕਤਾ ਵੱਲ ਜੇ ਆਪਾਂ ਗੌਰ ਕਰੀਏ ਤਾਂ ਉਹ ਬਹੁਤ ਜ਼ਰੂਰੀ ਹੈ ਉਸ ਨੂੰ ਛੇੜਨਾ। ਆਪਾਂ ਪੰਜਾਬ ਸਰਕਾਰ ਦਾ ਹਵਾਲਾ ਲੈ ਲਈਏ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਵਿੱਚ ਕਿੰਨੇ 100 ਬੰਦੇ ਫੜ ਕੇ ਜਿਹੜੇ ਉਹਨਾਂ ਦੇ ਉੱਤੇ ਕੇਸ ਕੀਤਾ, ਤਾਂ ਉਹਦੀਆਂ ਵੱਡੀਆਂ ਫਲੈਕਸਾਂ ਲੱਗਦੀਆਂ ਨੇ ਕਿ ਮੁੱਖ ਮੰਤਰੀ ਨੇ ਇੰਨੇ ਭ੍ਰਿਸ਼ਟਾਚਾਰ ਦੇ ਕੇਸ ਫੜੇ ਤੇ ਇੰਨਿਆਂ ਦੇ ਉੱਤੇ ਕੇਸ ਕੀਤਾ। ਜੇ ਇਹੀ ਚੀਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਰਦਾ ਹੈ ਕਿ ਆਹ ਘਪਲਾ ਫੜਿਆ ਗਿਆ, ਇਸ ਘਪਲੇ ਦੇ ਅਧੀਨ ਹੈ ਜਿਹੜਾ ਇੰਨੇ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਂਦਾ, ਸਗੋਂ ਉਹਦੀ ਪ੍ਰਸ਼ੰਸਾ ਨਹੀਂ ਕੀਤੀ ਜਾਂਦੀ, ਉਸ ਦੇ ਉੱਤੇ ਇੱਕ ਸਵਾਲ ਖੜਾ ਹੁੰਦਾ। ਤੇ ਜਦਕਿ ਦੂਜੇ ਪਾਸੇ ਸਰਕਾਰ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਕਿ ਇਹਨਾਂ ਨੇ ਭ੍ਰਿਸ਼ਟਾਚਾਰੀਆਂ ਨੂੰ ਫੜਿਆ। ਇਹ ਮਾਨਸਿਕਤਾ ਹੈ, ਇਹ ਕੀ ਸੰਕੇਤ ਕਰਦੀ ਹੈ? ਇਹ ਮਾਨਸਿਕਤਾ ਕਿਵੇਂ ਪੈਦਾ ਹੋ ਚੁੱਕੀ? ਸਰਕਾਰ ਨੂੰ ਵੱਖਰੀ ਨਿਗਾਹ ਤੋਂ ਦੇਖਣਾ, ਸ਼੍ਰੋਮਣੀ ਕਮੇਟੀ ਨੂੰ ਵੱਖਰੀ ਨਿਗਾਹ ਤੋਂ ਦੇਖਣਾ, ਲੋਕੀ ਉਹੀ ਨੇ। ਦੇਖੋ, ਗੱਲ ਜਿਵੇਂ ਮੈਂ ਸ਼ੁਰੂ 'ਚ ਕੀਤੀ ਸੀ ਕਿ ਇਹ ਪਹਿਲਾਂ ਕੋਈ ਸਮਾਂ ਹੁੰਦਾ ਸੀ ਹਥਿਆਰਾਂ ਦੀ ਲੜਾਈ ਦਾ ਯੁੱਗ। ਅੱਜ ਸਮਾਂ ਬਿਰਤਾਂਤ ਸਿਰਜ ਕੇ ਲੜਾਈ ਲੜੀ ਜਾਂਦੀ ਆ। ਸੰਸਥਾਵਾਂ ਨੂੰ ਮਾਰਨ ਦੇ ਲਈ ਨੈਰੇਟਿਵ ਸਿਰਜੇ ਜਾਂਦੇ ਆ, ਔਰ ਨੈਰੇਟਿਵ ਇਹੋ ਜਿਹੇ ਸਿਰਜੇ ਜਾਂਦੇ ਆ ਕਿਸੇ ਕੌਮ ਦੇ ਵਿੱਚ ਆਪਣੀ ਕੌਮੀਅਤ ਦੇ ਪ੍ਰਤੀ, ਆਪਣੀਆਂ ਸੰਸਥਾਵਾਂ ਪ੍ਰਤੀ, ਆਪਣੀਆਂ ਮਾਣ ਮਰਿਆਦਾਵਾਂ ਪ੍ਰਤੀ, ਆਪਣੇ ਜਿਹੜੇ ਮੁੱਲਵਾਨ ਜਿਹੜੇ ਗੁਰੂ ਸਾਹਿਬਾਨ ਨੇ ਦਿੱਤੇ ਸਾਨੂੰ ਸਿਧਾਂਤ, ਉਹਨਾਂ ਪ੍ਰਤੀ ਇੰਨੀ ਨੈਗੇਟਿਵਿਟੀ ਭਰ ਦਿਓ ਜਾਂ ਇੰਨੀ ਬੇਵਿਸ਼ਵਾਸੀ ਭਰ ਦਿਓ ਕਿ ਉਹਨਾਂ ਨਾਲੋਂ ਟੁੱਟ ਜਾਣ, ਬੁਰੀ ਤਰ੍ਹਾਂ ਟੁੱਟ ਜਾਣ। ਮੈਂ ਨਹੀਂ ਕਹਿੰਦਾ ਸੰਸਥਾਵਾਂ ਦੀ ਆਲੋਚਨਾ ਹੋਣੀ ਚਾਹੀਦੀ ਹੈ, ਜਿੱਥੇ ਮਾੜੇ ਕੰਮ ਹੁੰਦੇ ਆ ਜਾਂ ਗਲਤ ਕੰਮ ਹੁੰਦੇ ਉਹਨਾਂ ਦੀ ਆਲੋਚਨਾ ਵੀ ਹੋਣੀ ਚਾਹੀਦੀ, ਔਰ ਆਲੋਚਨਾ ਸੁਧਾਰਵਾਦੀ ਪਹੁੰਚ ਨਾਲ ਹੋਣੀ ਚਾਹੀਦੀ, ਨਾ ਕਿ ਉਹਨਾਂ ਨੂੰ ਭੰਡਣ ਦੀ ਪਹੁੰਚ ਨਾਲ। ਹੁਣ ਅਗਲੀ ਗੱਲ ਕਰਦੇ ਤੁਸੀਂ ਜਿਹੜੀ ਸਰਕਾਰਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਦੀ। ਹੁਣ ਥੋੜ੍ਹੇ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਜਿਹੜਾ ਉਹ ਬੇਨਿਯਮੀ ਸਾਹਮਣੇ ਆਈ ਤੇ ਪ੍ਰਧਾਨ ਸਾਹਿਬ ਨੇ 51 ਮੁਲਾਜ਼ਮ ਸਸਪੈਂਡ ਕਰਤੇ। ਹੁਣ ਉਹ ਬੇਨਿਯਮੀ ਜਿਹੜੀ ਆ ਕਿਸੇ ਬਾਹਰ ਦੇ ਬੰਦੇ ਨੇ ਆ ਕੇ ਥੋੜ੍ਹੀ ਲੱਭੀ ਸੀ, ਉਹ ਪ੍ਰਧਾਨ ਸਾਹਿਬ ਨੇ ਜਿਹੜਾ ਦਫ਼ਤਰ ਦਾ ਸਿਸਟਮ ਆ ਉਹਨੇ ਹੀ ਆਪਣੇ ਜਿਹੜੇ ਪੜਤਾਲਾਂ ਦੌਰਾਨ ਜਿਹੜੀ ਰੂਟੀਨ ਦੀ ਜਿਹੜੇ ਉਹਨਾਂ ਦੀ ਚੈੱਕਅਪ ਦੌਰਾਨ ਹੀ ਉਹ ਬੇਨਿਯਮੀ ਸਾਹਮਣੇ ਆਈ ਸੀ। ਤੇ ਉਹ ਜਿਹੜੇ ਉਹਨਾਂ ਦੇ ਵਿੱਚ ਜ਼ਿੰਮੇਵਾਰ ਪਾਏ ਗਏ ਉਹਨਾਂ ਨੂੰ ਮੁਅੱਤਲ ਕੀਤਾ ਗਿਆ, ਔਰ ਪੜਤਾਲ ਚੱਲ ਰਹੀ ਆ। ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਏਗੀ, ਜਿਹੜੇ ਨਿਰਦੋਸ਼ ਪਾਏ ਜਾਣਗੇ ਉਹ ਬਹਾਲ ਹੋ ਜਾਣਗੇ। ਫਿਰ ਇਤਿਹਾਸ ਦੇ ਵਿੱਚ ਇੱਕ ਬੜੀ ਮਿਸਾਲੀ ਕਾਰਵਾਈ ਮੈਂ ਕਹੂੰਗਾ, ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ, ਕਿ 2 ਸਾਲ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਪੂਰੀ ਐਗਜ਼ੈਕਟਿਵ ਕਮੇਟੀ, ਮੌਜੂਦਾ ਔਰ ਸਾਬਕਾ ਪ੍ਰਧਾਨ ਸਮੇਤ ਸਾਰਿਆਂ ਨੂੰ ਜਿਹੜੀ ਧਾਰਮਿਕ ਜਿਹੜੀ ਸੇਵਾ ਲੱਗੀ ਸੀਗੀ, ਜਦੋਂ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚ 2016 ਦੇ ਵਿੱਚ ਪਾਵਨ ਸਰੂਪ ਜਿਹੜੇ ਸ਼ਾਰਟ ਸਰਕਟ ਦੇ ਨਾਲ ਅਗਨ ਭੇਟ ਹੋ ਗਏ ਸੀ ਉਹਨਾਂ ਦੇ ਮਾਮਲੇ ਦੇ ਵਿੱਚ, ਤਾਂ ਉਹਦੇ ਵਿੱਚ ਪ੍ਰਧਾਨ ਨੂੰ ਵੀ ਨਹੀਂ ਬਖਸ਼ਿਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਸਮੁੱਚੀ ਕਾਰਜਕਾਰਨੀ, ਔਰ ਉਸ ਵੇਲੇ ਦੀ ਜਦੋਂ ਘਟਨਾ ਵਾਪਰੀ ਸੀ ਉਸ ਵੇਲੇ ਦੀ ਕਾਰਜਕਾਰਨੀ ਤੇ ਮੌਜੂਦਾ ਕਾਰਜਕਾਰਨੀ, ਜਦੋਂ ਜਥੇਦਾਰ ਸਾਹਿਬ ਨੇ ਸੇਵਾ ਲਾਈ ਉਦੋਂ ਦੀ ਕਾਰਜਕਾਰਨੀ SGPC ਦੀ, ਸਾਰਿਆਂ ਨੂੰ ਸੇਵਾ ਲਾਈ ਸੀ। ਔਰ ਉਹਨਾਂ ਨੇ, ਤੁਹਾਨੂੰ ਯਾਦ ਹੋਊਗਾ ਕਿ ਦਰਬਾਰ ਸਾਹਿਬ ਤੋਂ ਲੈ ਕੇ ਸਾਰੇ ਪ੍ਰਕਰਮਾਂ ਦੇ ਵਿੱਚ ਜਿਹੜਾ ਉਹਨਾਂ ਨੇ ਝਾੜੂ ਦੀ ਸੇਵਾ ਕੀਤੀ ਸੀ। ਤੇ ਹੋਰ ਇਹ ਸੇਵਾ ਹੀ ਨਹੀਂ ਕੀਤੀ ਸੀ, ਉਹਨਾਂ ਨੂੰ ਸਟੇਜਾਂ ਦੇ ਉੱਤੇ ਬੋਲਣ ਬੜਾ ਦਿੱਤਾ ਗਿਆ। ਇੱਕ ਸਾਲ ਤੱਕ ਜਿਹੜਾ ਉਹਨਾਂ ਤੇ ਰੋਕ ਲੱਗ ਗਈ ਸੀ ਕਿ ਅਹੁਦੇਦਾਰ ਨਹੀਂ ਬਣ ਸਕਦੇ। ਸੋ ਇਹ ਫਿਰ ਉਦੋਂ ਕਈ ਸੱਜਣੇ ਸਵਾਲ ਚੁੱਕ ਦਿੰਦੇ ਆ ਕਿ ਵੇਖੋ ਜੀ, ਇਹ ਕੋਈ ਸਜ਼ਾ ਥੋੜੀ ਹੋਈ। ਦੇਖੋ, ਸਜ਼ਾ, ਮੈਂ ਬੇਨਤੀ ਕਰਦਾ ਕਿ ਜਿਹੜਾ ਨਾ ਸਜ਼ਾ ਦਾ ਗੁਰਮਤ ਦੇ ਵਿੱਚ ਕੋਈ ਵਿਧਾਨ ਨਹੀਂ ਆ। ਗੁਰਮਤ ਦੇ ਵਿੱਚ ਵਿਧਾਨ ਹੈਗਾ ਆ ਖਿਮਾ ਦਾ ਜਾਂ ਗਲਤੀ ਦੇ ਅਹਿਸਾਸ ਦਾ। ਵੈਸੇ ਤੇ ਦੁਨਿਆਵੀ ਕਾਨੂੰਨ ਵੀ ਤੁਸੀਂ ਵੇਖੋ, ਕਿਸੇ ਜੇਲ੍ਹ ਦੇ ਬਾਹਰ ਲਿਖਿਆ ਹੋਊਗਾ ਸਜ਼ਾ ਘਰ, ਜਾਂ ਕਿਸੇ ਜੇਲ੍ਹ ਦੇ ਬਾਹਰ ਤੁਸੀਂ ਲਿਖਿਆ ਪੜ੍ਹਿਆ ਹੋਊਗਾ ਜੇਲ੍ਹ, ਉੱਥੇ ਲਿਖਿਆ ਹੁੰਦਾ ਸੁਧਾਰ ਘਰ। ਦੁਨਿਆਵੀ ਕਾਨੂੰਨਾਂ ਦਾ ਵੀ ਜਿਹੜਾ ਮਕਸਦ ਹੈ ਨਾ, ਉਹ ਮਨੁੱਖ ਨੂੰ ਸੁਧਾਰਨਾ ਹੁੰਦਾ, ਨਾ ਕਿ ਉਹਨੂੰ ਸਜ਼ਾ ਦੇਣੀ, ਪ੍ਰਤਾੜਿਤ ਕਰਨਾ। ਇਹ ਨਹੀਂ ਹੁੰਦਾ, ਸੁਧਾਰਨਾ। ਸੋ ਗੁਰਮਤ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹ ਬੜੀਆਂ ਵਿਸ਼ਾਲ ਨੇ, ਬੜੀਆਂ ਉਦਾਰ ਨੇ। ਸੋ ਗੁਰੂ ਸਾਹਿਬ ਜਦੋਂ ਸੇਵਾ ਕਰਦਾ ਨਾ, ਜਦੋਂ ਅਕਾਲ ਤਖਤ ਸਾਹਿਬ ਤੋਂ ਕਿਸੇ ਨੂੰ ਸੇਵਾ ਲੱਗਦੀ ਆ, ਤਨਖਾਹ ਲੱਗਦੀ ਆ, ਤਾਂ ਸੇਵਾ ਕਰਿਆ ਉਹਦੇ ਮਨ ਦੇ ਵਿੱਚ ਆਪਣੇ ਕੀਤੇ ਗੁਨਾਹਾਂ ਦਾ ਪਛਤਾਵਾ ਪੈਦਾ ਹੁੰਦਾ, ਤੇ ਉਹਦੇ ਵਿੱਚ ਖਿਮਾ, ਦਇਆ ਤੇ ਉਹਦੇ ਅੰਦਰ ਜਿਹੜੀ ਨਿਮਰਤਾ ਭਾਵਨਾ ਆਉਂਦੀ ਆ। ਸੋ ਉਹਦੇ ਨਾਲ ਜਿਹੜਾ ਤੇ ਜੀਵ ਥੋੜ੍ਹੀ ਬਹੁਤੀ ਜਿਹਦੇ ਅੰਦਰ ਕੋਈ ਇਨਸਾਨੀਅਤ ਹੋਏਗੀ,
ਉਹਦਾ ਤਾਂ ਕਾਇਆ ਪਲਟ ਜਾਂਦੀ ਆ, ਪਰ ਜਿਹਨੇ ਨਹੀਂ ਬਦਲਣਾ ਉਹਨੂੰ ਚਾਹੇ ਫਾਇਲ ਲਾ ਦਿਓ, ਉਹਨੇ ਤਾਂ ਵੀ ਨਹੀਂ ਬਦਲਣਾ। ਪਰ ਇਹਦੇ ਵਿੱਚ ਸਿਆਸੀ ਦਖਲਅੰਦਾਜ਼ੀ ਦੀ ਵੀ ਗੱਲ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਿਆਸੀ ਦਖਲਅੰਦਾਜ਼ੀ ਹੈ ਤੇ ਇੱਕ ਖਾਸ ਧਿਰ ਦੀ ਜ਼ਿਆਦਾਤਰ ਸਿਆਸੀ ਦਖਲਅੰਦਾਜ਼ੀ ਹੈ। ਉਹਦਾ ਜ਼ਿਕਰ ਕਰਿਓ ਕਿ ਉਸ ਦਾ ਗੁਰਦੁਆਰਿਆਂ ਦੇ ਪ੍ਰਬੰਧ ਦੇ ਉੱਤੇ ਕੀ ਅਸਰ ਪੈ ਰਿਹਾ ਹੈਗਾ। ਇਹਦੇ ਵਿੱਚ ਸੰਗਤ ਦਾ ਕੀ ਰੋਲ ਬਣਦਾ ਹੈ? ਜਦੋਂ ਪਿੱਛੇ ਜਿਹੇ ਗੱਲਾਂ ਆਈਆਂ ਕਿ ਸੰਗਤ ਪੈਸੇ ਦੇ ਕੇ ਇੱਕ ਖਾਸ ਰਾਹ ਤੋਂ ਲੰਘਦੀਆਂ ਨੇ, ਪੈਸੇ ਦੇ ਕੇ ਅਖੰਡ ਪਾਠ ਰਖਵਾਉਂਦੀਆਂ ਨੇ, ਹੈ ਨਾ, ਵਾਧੂ ਪੈਸੇ ਦੇ ਕੇ ਪਹਿਲਾਂ ਤਰੀਕਾ ਲੈਂਦੀਆਂ ਨੇ। ਇਹਦੇ ਵਿੱਚ ਸਿਆਸੀ ਬੰਦਿਆਂ ਦਾ ਤੇ ਨਾਲ ਦੀ ਨਾਲ ਸੰਗਤ ਦਾ ਕਿਵੇਂ ਦਾ ਰੋਲ ਹੋਣਾ ਚਾਹੀਦਾ ਹੈ ਗੁਰਦੁਆਰੇ ਦੇ ਪ੍ਰਬੰਧ ਨੂੰ ਲੈ ਕੇ, ਕਿਉਂਕਿ ਉਹ ਵੀ ਸਿੱਖ ਸਮਾਜ ਦਾ ਹਿੱਸਾ ਹੀ ਨੇ। ਦੇਖੋ, ਜਿਹੜੀ ਸਿਆਸੀ ਦਖਲ ਦੀ ਗੱਲ ਹੈ ਨਾ, ਇਹ ਸਾਡਾ ਇੱਕ ਡੈਮੋਕ੍ਰੇਟਿਕ ਜਿਹੜਾ ਸਿਸਟਮ ਹੈ ਨਾ, ਇਹਦੇ ਵਿੱਚ ਇੱਕ ਵੱਡੀ ਜਿਹੜੀ ਆ ਊਣਤਾ ਹੀ ਆ। ਡੈਮੋਕ੍ਰੇਟਿਕ ਸਿਸਟਮ ਜਿਹੜਾ ਉਹ ਦੋਸ਼ਪੂਰਨ ਆ, ਕਿਉਂਕਿ ਇਹ ਵੋਟਾਂ ਦੇ ਆਧਾਰਿਤ ਹੁੰਦਾ, ਔਰ ਵੋਟ ਦੇ ਅੱਗੇ ਜਦੋਂ ਸਾਡੇ ਨੁਮਾਇੰਦੇ ਆ, ਚਾਹੇ ਰਾਜਨੀਤਿਕ ਹੋਣ ਤੇ ਚਾਹੇ ਧਾਰਮਿਕ, ਉਹ ਵੋਟ ਦੇ ਅੱਗੇ ਉਹਨਾਂ ਨੂੰ ਕਿਤੇ ਨਾ ਕਿਤੇ ਝੁਕਣਾ ਪੈ ਜਾਂਦਾ। ਮਿਸਾਲ ਦੇ ਤੌਰ ਤੇ ਤੁਸੀਂ ਗੱਲ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਇਹ ਵੋਟਾਂ ਦੁਆਰਾ ਚੁਣੀ ਜਾਂਦੀ ਆ। ਮੰਨ ਲਓ ਕਿ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਹਲਕੇ ਦਾ ਨੁਮਾਇੰਦਾ ਆ, ਤੇ ਸਾਡੇ ਸ਼ਹਿਰ ਨਗਰ ਦੇ 20 ਬੰਦੇ ਇਕੱਠੇ ਹੋ ਕੇ ਉਹਦੇ ਕੋਲ ਚੱਲ ਜਾਂਦੇ ਆ ਕਿ ਮੈਂਬਰ ਸਾਹਿਬ ਆਹ ਕੰਮ ਜਿਹੜਾ ਜ਼ਰੂਰ ਕਰਨਾ ਹੈ, ਚਾਹੇ ਉਹ ਜਾਇਜ਼ ਹੋਵੇ ਤੇ ਚਾਹੇ ਨਜਾਇਜ਼ ਹੋਵੇ, ਔਰ ਉਹ ਮੈਂਬਰ ਨੂੰ ਕਰਨਾ ਪੈਂਦਾ ਆ, ਕਿਉਂਕਿ ਉਹਦੇ ਅੱਗੇ ਆਪਣੇ ਇਲਾਕੇ ਦੇ ਹਲਕੇ ਦੇ ਨੁਮਾਇੰਦੇ ਆਏ ਹੁੰਦੇ ਆ, ਉਹਨਾਂ ਨੇ ਪਹਿਲਾਂ ਵੀ ਵੋਟਾਂ ਪਾਈਆਂ ਤੇ ਫਿਰ ਵੀ ਪਾਉਣੀਆਂ ਹੁੰਦੀਆਂ, ਤਾਂ ਉਹ ਕਿਤੇ ਨਾ ਕਿਤੇ ਜਾ ਕੇ ਉਹਦੇ 'ਚ ਥੋੜ੍ਹਾ ਬਹੁਤਾ ਜਿਹੜਾ ਦਖਲ ਸ਼ੁਰੂ ਹੋਏਗਾ। ਤਾਂ ਉਹ ਫਿਰ ਜਿਹੜਾ ਉਹਦੇ ਵਿੱਚ ਜਦੋਂ ਇਹਨਾਂ ਚੀਜ਼ਾਂ 'ਚ ਲੋਕ ਆ ਕੇ ਉਹਨਾਂ ਨੂੰ ਕਹਿੰਦੇ ਆ, ਉਹ ਅੱਗੇ ਦਖਲ ਦਿੰਦੇ ਆ, ਇਹਦੇ ਨਾਲ ਸਿਆਸੀ ਦਖਲ ਦਾ ਰਾਹ ਖੁੱਲ੍ਹਦਾ। ਮੈਂ ਇੱਕ ਬੜੀ ਵਧੀਆ ਦ੍ਰਿਸ਼ਟਾਂਤ ਦਊਂਗਾ। ਜਥੇਦਾਰ ਟੌੜਾ ਸਾਹਿਬ ਦੇ ਕੋਲ ਕਹਿੰਦੇ ਇੱਕ ਵਾਰ ਨਾ ਕੁਝ ਪਿੰਡ ਦੇ ਕੁਝ ਸੱਜਣ ਇਕੱਠੇ ਹੋ ਕੇ ਆ ਗਏ, ਉਹਨਾਂ ਦੇ ਕਾਫੀ ਨਿਕਟਵਰਤੀ ਸੀਗੇ, ਤੇ ਉਹ ਕਹਿੰਦੇ ਕਿ ਇੱਕ ਮੁੰਡੇ ਨੂੰ ਲਿਆਂਦਾ ਜੀ, ਇਹ ਸਾਡੇ ਪਿੰਡ ਦਾ ਵਿਹਲਾ ਮੁੰਡਾ ਆ, ਕੰਮਕਾਰ ਕਰਦਾ ਨਹੀਂ ਆ, ਐਵੇਂ ਨਸ਼ੇ ਪੱਤੇ ਕਰਦਾ ਆ, ਕਦੇ ਕਿਸੇ ਗਲੀ 'ਚ ਝਗੜਦਾ ਜਾ ਕੇ, ਕਦੇ ਕਿਸੇ ਨਾਲ ਝਗੜਦਾ ਆ, ਤੇ ਇਹਨੂੰ ਨਾ ਤੁਸੀਂ ਕਿਸੇ ਗੁਰਦੁਆਰੇ 'ਚ ਸੇਵਾਦਾਰ ਭਰਤੀ ਕਰ ਲਓ, ਨਾਲੇ ਆਰੇ ਲੱਗ ਜਾਏਗਾ ਤੇ ਨਾਲੇ ਇਹਦਾ ਕੁਝ ਸੁਧਾਰ ਹੋ ਜਾਏਗਾ, ਪਿੰਡ 'ਚ ਵਿਹਲਾ ਲੜਨੋਂ ਹਟ ਜਾਏਗਾ। ਟੌੜਾ ਸਾਹਿਬ ਪਹਿਲਾਂ ਕਹਿੰਦੇ ਕਿ ਛੱਡੋ, ਤੁਸੀਂ ਰਹਿਣ ਦਿਓ ਇਹਨੂੰ, ਸਾਡੇ ਕੋਲ ਨਾ ਭੇਜੋ, ਸਾਡੇ ਲਾਇਕ ਨਹੀਂ, ਸਾਡੇ ਕੰਮ ਦਾ ਨਹੀਂ ਬੰਦਾ। ਕਹਿੰਦੇ ਨਹੀਂ ਟੌੜਾ ਸਾਹਿਬ, ਸਾਡੀ ਬੇਨਤੀ, ਹੁਣ ਅਸੀਂ ਇੰਨੇ ਬੰਦੇ ਆਏ ਆ, ਸਾਡੀ ਕੁਝ ਰੱਖੋ। ਤਾਂ ਟੌੜਾ ਸਾਹਿਬ ਕਹਿੰਦੇ ਠੀਕ ਆ, ਉਹਨਾਂ ਨੇ ਭਰਤੀ ਕਰ ਲਿਆ। ਫਿਰ ਮਹੀਨੇ ਕੁ ਬਾਅਦ ਉਹੀ ਪਿੰਡ ਦੇ ਬੰਦੇ ਆ ਗਏ, ਕਹਿੰਦੇ ਟੌੜਾ ਸਾਹਿਬ, ਇਹ ਪਿੰਡ ਦੇ ਇਹਨੇ ਗੁਰਦੁਆਰੇ 'ਚ ਬਹਿ ਕੇ ਸ਼ਰਾਬ ਪੀਤੀ, ਇਹਨੇ ਗੁਰਦੁਆਰੇ 'ਚ ਬਹਿ ਕੇ ਫਲਾਣੇ ਬੰਦੇ ਨਾਲ ਝਗੜਾ ਕੀਤਾ। ਕਹਿੰਦੇ ਉਹ ਪਹਿਲਾਂ ਮਹੀਨਾ ਪਹਿਲਾਂ ਹੀ ਤੁਸੀਂ ਆਏ ਸੀ ਮੇਰੇ ਕੋਲ ਇਹਨੂੰ ਭਰਤੀ ਕਰਾਉਣ, ਤੇ ਹੁਣ ਤੁਸੀਂ ਆ ਕੇ ਇਹਦੇ ਖਿਲਾਫ ਕਰ ਰਹੇ ਜੇ, ਤੇ ਦੱਸੋ ਦੋਸ਼ੀ ਮੈਂ ਆ ਕਿ ਤੁਸੀਂ ਹੋ? ਸੋ ਇਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਨਾ, ਸੰਗਤ ਨੂੰ ਵੀ ਜਿਹੜਾ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਰਾਜਨੀਤਿਕ ਜਾਂ ਨਿੱਜੀ ਲਾਭਾਂ ਤੋਂ ਉੱਪਰ ਉੱਠ ਕੇ, ਸਵਾਰਥ ਤੋਂ ਹਰ ਸਿੱਖ ਨੂੰ ਉੱਪਰ ਉੱਠਣ ਦੀ ਲੋੜ। ਅਸੀਂ ਆਮ ਤੌਰ ਤੇ ਕਹਿੰਦੇ ਆ ਸਾਡੇ ਸਿਆਸੀ ਆਗੂ ਜਿਹੜੇ ਆ ਸਵਾਰਥੀ ਹੋ ਗਏ ਆ, ਸਾਡੇ ਲੀਡਰ ਸਵਾਰਥੀ ਹੋ ਗਏ ਆ, ਤਾਂ ਲੋਕ ਵੀ ਤੇ ਸਵਾਰਥੀ ਹੋਏ ਨਾ। ਸਮਾਂ ਸੀਗਾ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਆ, ਜਾਂ ਪੁਰਾਤਨ ਸਮਿਆਂ ਦੇ ਵਿੱਚ ਸਿੱਖ ਇੰਨੇ ਤਿਆਗੀ ਹੁੰਦੇ ਸੀਗੇ। ਹਾਂਜੀ, ਜਹਾਂਗੀਰ ਇੱਕ ਸਿੱਖ ਤੋਂ ਜਿਹੜਾ ਸ਼ਰਧਾਵਾਨ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਦੇ ਲਈ ਘਾਹ ਖਰੀਦ ਲੈ ਕੇ ਜਾ ਰਿਹਾ ਸੀ, ਤੇ ਜਹਾਂਗੀਰ ਨੇ ਹਰ ਤਰ੍ਹਾਂ ਦਾ ਮੁੱਲ ਲਾ ਕੇ ਉਹ ਘਾਹ ਖਰੀਦਣ ਦੀ ਕੋਸ਼ਿਸ਼ ਕੀਤੀ ਸੀਗੀ, ਤੇ ਉਹ ਇੱਕ ਸਿੱਖ ਤੋਂ ਘਾਹ ਤੱਕ ਨਹੀਂ ਸੀ ਖਰੀਦ ਸਕਿਆ। ਸਿੱਖ ਨੇ ਤਸੀਹੇ ਚੱਲਣੇ ਮਨਜ਼ੂਰ ਕਰ ਲਏ, ਸ਼ਹੀਦੀ ਪਾਉਣੀ ਮਨਜ਼ੂਰ ਕਰ ਲਈ, ਪਰ ਇੱਕ ਘਾਹ ਦੀ ਪੰਡ ਨਹੀਂ ਉਹਨੂੰ ਦਿੱਤੀ ਕਿ ਇਹ ਮੈਂ ਆਪਣੇ ਗੁਰੂ ਦੇ ਘੋੜੇ ਲਈ ਲੈ ਕੇ ਚੱਲਿਆ। ਤੇ ਅੱਜ ਸਾਡੇ ਸਿੱਖ ਜਿਹੜੇ ਆ, ਜਦੋਂ ਰਾਜਨੀਤਿਕ ਵੋਟਾਂ ਪੈਂਦੀਆਂ ਵਿਧਾਨ ਪਾਲਿਕਾ ਦੀਆਂ, ਦੱਸੋ ਪੰਜਾਬ ਦੇ ਵਿੱਚ ਕਿੱਥੇ ਨਹੀਂ ਵਿਕਦੇ? ਨਿੱਕੇ ਨਿੱਕੇ ਲਾਲਚਾਂ ਪਿੱਛੇ ਵੋਟਾਂ ਪਾ ਦਿੰਦੇ ਆ, ਨਿੱਕੇ ਨਿੱਕੇ ਹਿੱਤਾਂ ਪਿੱਛੇ ਵੋਟਾਂ ਪਾ ਦਿੰਦੇ ਆ। ਸਿਆਸੀ ਲੋਕ ਸਾਡੇ 'ਚੋਂ ਹੀ ਨਿਕਲਦੇ ਨੇ। ਜਦੋਂ ਆਮ ਆਵਾਮ ਇਮਾਨਦਾਰ ਹੋਏਗੀ, ਸਿਆਸੀ ਲੋਕ ਵੀ ਇਮਾਨਦਾਰ ਹੋ ਜਾਣਗੇ। ਫਿਰ ਅਗਲੀ ਗੱਲ ਕਰਦਾ, ਗੁਰਦੁਆਰਿਆਂ ਦੇ ਵਿੱਚ ਜਿਹੜੇ ਵੱਧ ਪੈਸੇ ਦੇ ਕੇ ਅਖੰਡ ਪਾਠ ਕਰਾਉਣੇ ਜਾਂ VIP ਲਾਂਘਿਆਂ 'ਚੋਂ ਲੰਘਣਾ, ਮੈਂ ਕਹਿੰਦਾ ਹੁੰਦਾ ਹੋਵੇਗਾ, ਮੈਂ ਕੋਈ ਇਸ ਤੋਂ ਮੁਨਕਰ ਨਹੀਂ ਹੁੰਦਾ ਕਿ ਸੇਵਾਦਾਰ ਲੈਂਦੇ ਹੋਣਗੇ ਪੈਸੇ, ਪਰ ਦੇਣ ਵਾਲਾ ਨਹੀਂ ਦੋਸ਼ੀ ਹੈਗਾ। ਜਿਹੜੇ ਦੁਨਿਆਵੀ ਕਾਨੂੰਨ ਦੇ ਵਿੱਚ ਜੇ ਰਿਸ਼ਵਤ ਲੈਣ ਵਾਲਾ ਦੋਸ਼ੀ ਆ ਤੇ ਦੇਣ ਵਾਲਾ ਬਰਾਬਰ ਦੋਸ਼ੀ ਆ, ਉਹ ਕਿਉਂ ਉਹਨੂੰ ਉਤਸ਼ਾਹਿਤ ਕਰ ਰਿਹਾ? ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਦਰਬਾਰ ਸਾਹਿਬ ਤੁਸੀਂ ਕਾਹਦੇ ਨਹੀਂ ਜਾਂਦੇ ਕਿ ਗੁਰੂ ਸਾਹਿਬ ਦੇ ਕੋਲ ਜਾ ਕੇ ਜਿਹੜੀਆਂ ਆਪਣੇ ਜੀਵਨ ਦੇ ਵਿੱਚ ਚੇਤ ਅਚੇਤ ਰੂਪ ਦੇ ਵਿੱਚ ਭੁੱਲਾਂ ਹੋਈਆਂ ਉਹ ਬਖਸ਼ਾਉਣ ਜਾਂਦੇ ਹੋ, ਤੇ ਉੱਥੇ ਜਾ ਕੇ ਗੁਰੂ ਨਾਲ ਚਤਰਾਈਆਂ ਕਰਦੇ ਹੋ। ਹਾਂਜੀ, ਗੁਰੂ ਦਾ ਘਰ ਐਡਾ ਜਿਹੜਾ ਉਹ ਵਿਆਪਕ ਆ, ਜਾਂ ਐਡਾ ਉਹ
ਥਾਵਿਆਂ ਦਾ ਥਾਵ ਆ, ਉੱਥੇ ਤੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਜਿਹੜਾ ਬੰਦਾ ਸੇਵਾਦਾਰ ਜਿਹੜਾ ਆ, ਕੋਈ ਸੇਵਾਦਾਰ ਮੰਨ ਸਕਦੇ ਆ ਕਿ ਕੋਈ ਲਾਲਚ 'ਚ ਆ ਕੇ ਪੈਸੇ ਲੈ ਲੇ, ਪਰ ਦੇਣ ਵਾਲਾ ਕੀ ਸੋਚ ਕੇ ਪੈਸੇ ਦੇ ਰਿਹਾ ਉਹਨੂੰ। ਅਖੰਡ ਪਾਠ ਸਾਹਿਬ ਤੁਸੀਂ ਕਰਾਉਣਾ ਆ, ਤੁਸੀਂ ਸੇਵਾਦਾਰ ਤੁਹਾਨੂੰ ਕਹਿ ਦਿੰਦਾ ਕਿ ਤੁਹਾਡਾ ਅਖੰਡ ਪਾਠ ਸਾਹਿਬ ਅਗਲੇ ਸਾਲ ਹੋਏਗਾ, ਤੁਸੀਂ ਉਹਨੂੰ ਕਹਿ ਦਿੰਦੇ ਹੋ ਕਿ ਵੱਧ ਪੈਸੇ ਲੈ ਲਓ ਤੇ ਸਾਡਾ 1 ਮਹੀਨੇ 'ਚ ਕਰੋ, ਤੇ ਦੱਸੋ ਦੋਸ਼ੀ ਪਹਿਲਾਂ ਤੁਸੀਂ ਹੋਏ ਕਿ ਪਹਿਲਾਂ ਸੇਵਾਦਾਰ ਹੋਇਆ? ਲਾਲਚ ਤੇ ਤੁਸੀਂ ਦਿੱਤਾ। ਮਾਇਆ ਤੋਂ ਤਾਂ ਵੱਡੇ ਵੱਡੇ ਜਿਹੜੇ ਰਿਸ਼ੀ ਮੁਨੀ ਜਿਹੜੇ ਉਹ ਵੀ ਪ੍ਰਭਾਵ ਤੋਂ ਬਾਹਰ ਨਹੀਂ ਰਹਿ ਸਕੇ। ਹਾਂਜੀ, ਇੱਕ ਗੱਲ ਇਹ ਦੱਸਿਓ ਕਿ ਤੁਸੀਂ ਬੜਾ ਵੱਡਾ ਪੁਆਇੰਟ ਛੇੜਿਆ ਹੈ ਕਿ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹਦੇ ਕਰਕੇ ਕਈ ਚੀਜ਼ਾਂ ਦਾ ਵਿਗਾੜ ਖੜਾ ਹੋਇਆ ਪਿਆ। ਸਾਡੀ ਜਿਹੜੀ ਮਾਣ ਮਰਿਆਦਾ ਸਿੱਖਾਂ ਦੀ ਗੁਰਦੁਆਰਿਆਂ ਦੇ ਵਿੱਚ ਚੱਲਦੀ ਹੈ ਉਹ ਵੱਖਰੀ ਹੈ, ਤੇ ਬਾਅਦ ਦੇ ਵਿੱਚ ਜਦੋਂ ਕੋਰਟਾਂ ਦੇ ਵਿੱਚ ਕੇਸ ਜਾਂਦੇ ਨੇ ਤਾਂ ਕੋਰਟ ਉਹਨੂੰ ਆਪਣੇ ਨੁਕਤੇ ਨਿਗਾਹ ਤੋਂ ਦੇਖਦਾ ਹੈਗਾ, ਹਨਾ। ਇਹ ਵੀ ਡੈਮੋਕ੍ਰੈਟਿਕ ਸਿਸਟਮ ਦਾ ਇੱਕ ਹਿੱਸਾ ਹੈ। ਦੂਜੇ ਪਾਸੇ ਡੈਮੋਕ੍ਰੈਟਿਕ ਸਿਸਟਮ ਦਾ ਹਿੱਸਾ ਤੁਸੀਂ ਦੱਸਿਆ ਕਿ ਜਿਹੜੇ ਸਿਆਸੀ ਬੰਦੇ ਨੇ ਜਾਂ ਜਿਨ੍ਹਾਂ ਨੂੰ ਆਪਾਂ ਮੈਂਬਰ ਕਹਿ ਲਈਏ ਜਾਂ ਹੋਰ ਕਹਿ ਲਈਏ, ਵੀ ਉਹ ਵੀ ਲੋਕਾਂ ਦੇ ਪ੍ਰਭਾਵ ਦੇ ਅਧੀਨ ਆਉਂਦੇ ਨੇ, ਉਹਨਾਂ ਦੇ ਦਬਾਅ ਦੇ ਅਧੀਨ ਆਉਂਦੇ ਨੇ, ਕਾਰਜ ਕਰਦੇ ਨੇ। ਇਹ ਦੋਨੋਂ ਗੱਲਾਂ ਠੀਕ ਨੇ। ਹੁਣ ਫਿਰ ਇੱਕ ਇਹ ਗੱਲ ਕੀ ਖੜੀ ਹੁੰਦੀ ਹੈ ਕਿ ਜਿਹੜਾ ਸਿੱਖਾਂ ਦਾ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦਾ ਢੰਗ ਤੌਰ ਤਰੀਕਾ ਹੈਗਾ, ਉਹ ਬਜਾਏ ਕਿ ਨਵੀਨੀਕਰਨ ਦੇ ਹਿਸਾਬ ਨਾਲ ਚੱਲਣ ਦੀ ਬਜਾਏ ਜਿਵੇਂ ਪੁਰਾਤਨ ਚੱਲਦੇ ਸੀ ਉਵੇਂ ਚੱਲਣਾ ਚਾਹੀਦਾ ਹੈ। ਤੁਸੀਂ ਇਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ? ਦੇਖੋ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਨਾ, ਉਦੋਂ ਸਾਡੇ ਵਡਾਰੂਆਂ ਨੇ, ਸਾਡੇ ਜਿਹੜੇ ਦਾਨੇ ਪੁਰਸ਼ ਸੀਗੇ, ਉਹਨਾਂ ਨੇ ਬਹੁਤ ਸੋਚ ਸਮਝ ਕੇ ਬਣਾਈ ਸੀ ਉਸ ਵੇਲੇ ਜੀ। ਪਰ ਇਹਦੇ ਵਿੱਚ ਸਭ ਤੋਂ ਵੱਡਾ ਵਿਗਾੜ ਉਦੋਂ ਪੈਦਾ ਹੋਇਆ ਜਦੋਂ ਸਰਕਾਰਾਂ ਦਖਲ ਦੇਣ ਲੱਗੀਆਂ। ਕਦੇ ਇਹਦੀਆਂ ਇਲੈਕਸ਼ਨਾਂ ਨਹੀਂ ਹੋਣ ਦੇਣੀਆਂ, ਕਦੇ ਹਾਊਸ ਜਿਹੜਾ ਉਹ ਮੁਲਤਵੀ ਕਰ ਦੇਣਾ। ਹੁਣ ਵੇਖੋ 2011 ਤੋਂ 2016 ਤੱਕ ਸੁਪਰੀਮ ਕੋਰਟ ਦੇ ਵਿੱਚ ਸਹਿਜਧਾਰੀਆਂ ਦੇ ਕੇਸ ਕਰਕੇ 5 ਸਾਲ ਜਿਹੜਾ ਹਾਊਸ ਜਿਹੜਾ ਸਸਪੈਂਡ ਰਿਹਾ। ਦੱਸੋ ਕਿਸੇ ਸੂਬੇ ਦੀ ਵਿਧਾਨ ਸਭਾ ਜਾਂ ਪਾਰਲੀਮੈਂਟ ਕਦੇ ਤਾਂ ਇੰਨੀ ਦੇਰ ਸਸਪੈਂਡ ਰਹਿੰਦੀ ਆ? ਜਦੋਂ 5 ਸਾਲ ਇੱਕ ਸੰਸਥਾ ਦਾ ਹਾਊਸ ਸਸਪੈਂਡ ਰਵੇ ਤਾਂ ਉਹਦੇ 'ਚ ਵਿਗਾੜ ਕਿਉਂ ਨਹੀਂ ਪੈਦਾ ਹੋਣਗੇ? ਬੇਨਿਯਮੀ ਸੁਭਾਵਕ ਆ ਕਿ ਜਦੋਂ ਕੋਈ ਕੁੰਡਾ ਹੀ ਨਹੀਂ ਹੋਏਗਾ, ਜਦੋਂ ਉੱਥੇ ਵਿਧੀ ਵਿਧਾਨ ਹੀ ਨਹੀਂ ਕੋਈ ਲਾਗੂ ਹੋਏਗਾ, ਤਾਂ ਫਿਰ ਉਦੋਂ ਬੇਨਿਯਮੀਆਂ ਤੇ ਆਪੇ ਹੋ ਜਾਣਗੀਆਂ। ਇੱਕ ਪੁਰਖੀ ਰਾਜ ਵਾਂਗ ਹੋ ਜਾਂਦਾ। ਉਦੋਂ ਸੁਪਰੀਮ ਕੋਰਟ ਨੇ ਉਸ ਵੇਲੇ ਦੀ ਕਾਰਜਕਾਰਨੀ ਨੂੰ ਪ੍ਰਧਾਨ ਸਮੇਤ ਕੁਝ ਕੁ ਜਿਹੜੇ ਨੁਮਾਇੰਦੇ ਆ, ਜਿਹੜੇ ਉਹਦੇ ਅਹੁਦੇਦਾਰ ਆ, ਉਹਨਾਂ ਨੂੰ ਅਧਿਕਾਰ ਦਿੱਤੇ ਸਨ ਕਿ ਉਹ ਜਿਹੜਾ ਕੋਈ ਫੈਸਲਾ ਲੈਣ। ਤੇ ਕਿੱਥੇ ਕਈ ਵਾਰ ਪੰਥ ਦੇ ਫੈਸਲੇ ਹਾਊਸ ਦੇ ਵਿੱਚ ਵੀ ਜਾਣੇ ਹੁੰਦੇ ਆ, ਹਾਊਸ ਦੇ ਰਾਹੀਂ ਆਉਣੇ ਹੁੰਦੇ, ਪੰਥ ਦੀ ਵੱਡੀ ਰਾਏ ਦੇ ਨਾਲ ਆਉਣੇ ਹੁੰਦੇ। ਸੋ ਇਹ ਚੀਜ਼ਾਂ 'ਚ ਬੜੀ ਤਰ੍ਹਾਂ ਦੀਆਂ ਜਿਹੜੀਆਂ ਉਹ ਵੱਖ-ਵੱਖ ਤਰ੍ਹਾਂ ਬਹੁ ਪਰਤੀ ਇਹ ਸੰਕਟ ਆ, ਕੋਈ ਇੱਕ ਪਰਤ ਨਹੀਂ ਹੈਗੀ ਇਹਦੀ। ਬਿਲਕੁਲ। ਅੱਛਾ, ਇਹਦੇ ਵਿੱਚ ਇੱਕ ਹੁਣ ਇਹ ਵੱਡਾ ਸਵਾਲ ਬਣਦਾ ਕਿ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮ ਉੱਥੇ ਕੰਮ ਕਰ ਰਹੇ ਨੇ, ਰੋਜ਼ ਸੇਵਾ ਕਰਦੇ ਨੇ, ਦਿਨ ਰਾਤ ਹੈ ਜਿਹੜੀ ਸੇਵਾ ਚੱਲਦੀ ਹੈ ਸ਼ਿਫਟਾਂ ਦੇ ਵਿੱਚ, ਉਹਨਾਂ ਮੁਲਾਜ਼ਮਾਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਰਹਿੰਦਾ? ਇੱਕ ਤਾਂ ਸਿਆਸੀ ਘੇਰਾਬੰਦੀ ਹੋ ਗਈ ਸਰਕਾਰਾਂ ਤੋਂ ਲੈ ਕੇ ਖੇਤਰ ਦੀਆਂ ਸਰਕਾਰਾਂ ਤੱਕ, ਦੂਜਾ ਫਿਰ ਜਿਹੜੀ ਅੰਦਰਲੇ ਸਿਆਸੀ ਬੰਦੇ ਨੇ ਉਹਨਾਂ ਦੀ ਦਖਲਅੰਦਾਜ਼ੀ ਹੋ ਗਈ, ਸੰਗਤ ਦਾ ਜਿਹੜਾ ਪ੍ਰੈਸ਼ਰ ਹੋ ਗਿਆ। ਸੰਗਤ ਅੱਜ ਕੱਲ੍ਹ ਮਿੰਟ ਦਾ ਨਹੀਂ ਫੋਨ ਚੱਕ ਲੈਂਦੀ ਹੈ। ਕਈ ਚੀਜ਼ਾਂ ਨੂੰ ਤਾਂ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦਿਆਂ ਨੇ ਕਈ ਵਾਰ ਮਤਲਬ ਇਸ ਚੀਜ਼ ਨੂੰ ਉਜਾਗਰ ਕੀਤਾ ਹੈ ਕਿ ਲੋਕੀ ਜਿਹੜੇ ਉੱਥੇ ਆ ਕੇ ਗਲਤ ਗੱਲਾਂ ਕਰਦੇ ਨੇ, ਉਹ ਸ਼੍ਰੋਮਣੀ ਕਮੇਟੀ ਤੇ ਦੂਸ਼ਣਬਾਜ਼ੀ ਕਰਦੇ ਨੇ, ਉਹ ਗਲਤ ਤਰੀਕੇ ਨਾਲ ਕਰਦੇ ਨੇ, ਜਦ ਕਿ ਪਿੱਛੇ ਉਹਦੇ ਕੋਈ ਗੱਲ ਨਹੀਂ ਹੁੰਦੀ। ਭਾਵੇਂ ਕਿ ਉਹ ਚੰਦੋਆ ਸਾਹਿਬ ਨੂੰ ਲੈ ਕੇ ਹੋਵੇ, ਵੱਡੇ ਵੱਡੇ ਪੱਤਰਕਾਰ ਇਹ ਗੱਲ ਕਰਦੇ ਨੇ ਕਿ ਚੰਦੋਆ ਸਾਹਿਬ ਉੱਥੇ ਮੁੜ ਕੇ ਵੇਚ ਦਿੱਤੇ ਜਾਂਦੇ ਨੇ, ਸ਼੍ਰੋਮਣੀ ਕਮੇਟੀ ਉਹਦਾ ਫਿਰ ਪਰਦਾਫਾਸ਼ ਕਰਦੀ ਹੈ। ਇਸੇ ਤਰ੍ਹਾਂ ਉੱਥੇ ਲੰਘਣ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਮੱਥਾ ਟੇਕਣ ਦੀ, ਉਸ ਦੇ ਉੱਤੇ ਸਵਾਲ ਕੀਤਾ ਜਾਂਦਾ, ਕਿੰਤੂ ਕੀਤਾ ਜਾਂਦਾ, ਉਸ ਦੇ ਉੱਤੇ ਜਿਹੜਾ ਨਸ਼ਰ ਕੀਤਾ ਜਾਂਦਾ ਸ਼੍ਰੋਮਣੀ ਕਮੇਟੀ ਵੱਲੋਂ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਲੰਗਰ ਦੀ ਜਿਹੜੀ ਗੱਲ ਆ ਉਹਦੇ ਉੱਤੇ ਕੀਤਾ ਜਾਂਦਾ ਹੈ। ਤਾਂ ਹੁਣ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਇੱਕ ਤਰ੍ਹਾਂ ਦੇ ਆਪਣੇ ਅਲੱਗ ਪ੍ਰੈਸ਼ਰ ਦੇ ਵਿੱਚ ਨੇ, ਤਾਂ ਉਹ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਦੇ ਵਿੱਚ ਫਿਰ ਫਰਕ ਪੈਂਦਾ? ਦੇਖੋ, ਸੁਭਾਵਕ ਆ ਕਿ ਕਿਸੇ ਵੀ ਸੰਸਥਾ ਦੇ ਵਿੱਚ, ਕਿਸੇ ਵੀ ਪ੍ਰਬੰਧ ਦੇ ਵਿੱਚ ਜਦੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਅਣਉਚਿਤ ਦਬਾਅ ਬਣਨਗੇ ਤਾਂ ਉਹਦੇ ਕੰਮ ਕਰਨ ਦੀ ਸਮਰੱਥਾ ਦੇ ਉੱਤੇ ਅਸਰ ਜ਼ਰੂਰ ਪਵੇਗਾ। ਇਕੱਲੀ ਸ਼੍ਰੋਮਣੀ ਕਮੇਟੀ ਨਹੀਂ, ਮੈਂ ਵੇਖਿਆ ਕਿ ਸਮਾਜ ਦੇ ਵਿੱਚ ਜਦੋਂ ਤੋਂ ਸਾਡੇ ਆ ਮੋਬਾਈਲ ਕੈਮਰਾ ਆਇਆ ਤਾਂ ਪੈਰ ਤੇ ਹਰ ਮਨੁੱਖ ਪ੍ਰਤਾੜਿਤ ਹੋ ਰਿਹਾ। ਇਹਦੇ ਤੋਂ ਪੁਲਿਸ ਮੁਲਾਜ਼ਮ ਚੌਂਕ 'ਚ ਖੜਾ, ਜਿਹੜਾ ਟ੍ਰੈਫਿਕ ਪੁਲਿਸ ਮੁਲਾਜ਼ਮ, ਉਹ ਵੀ ਉਹਦੇ ਤੋਂ ਪ੍ਰਤਾੜਿਤ ਹੋ ਰਿਹਾ। ਸਕੂਲ 'ਚ ਪੜ੍ਹਾਉਣ ਵਾਲਾ ਅਧਿਆਪਕ ਵੀ ਹੋ ਰਿਹਾ। ਸਾਡੀ ਨਿਜਤਾ, ਸਾਡਾ ਜੀਵਨ ਜਿਹੜਾ ਉਹ ਬਿਲਕੁਲ ਹੀ ਖੋਲ੍ਹਿਆ ਜਾ ਰਿਹਾ। ਮੰਨ ਲਓ ਕੋਈ ਇੱਕ ਨਾਕੇ ਦੇ ਉੱਤੇ ਖੜਾ ਪੁਲਿਸ ਵਾਲਾ ਆ, ਤਾਂ ਉਹ ਜੇ ਉਹ ਵੀ ਇਨਸਾਨ ਆ, 8-10 ਘੰਟੇ ਉਹ ਡਿਊਟੀ ਦਿੰਦਾ ਖੜ ਕੇ,
ਤੇ ਜੇ ਉਹ ਕਿਤੇ ਚਾਹ ਦਾ ਕੱਪ ਪੀ ਰਿਹਾ ਤੇ ਉਹਦੀ ਵੀਡੀਓ ਬਣਾ ਕੇ ਤੇ ਪਾ ਦਿੱਤੀ ਜਾਂਦੀ, ਵੇਖੋ ਜੀ ਇਹ ਨਾਕੇ ਤੇ ਖੜੇ ਡਿਊਟੀ ਨਹੀਂ ਕਰਦੇ, ਚਾਹ ਪੀ ਰਹੇ। ਜੇ ਕੋਈ ਅਧਿਆਪਕ ਸਕੂਲ 'ਚ ਪੜ੍ਹਾਉਣ ਜਾਂਦਾ ਤਾਂ ਫਰਜ਼ ਕਰੋ ਉਹਨੂੰ ਘਰੋਂ ਕੋਈ ਜ਼ਰੂਰੀ ਕੰਮ ਲਈ ਫੋਨ ਆ ਜਾਂਦਾ, ਕਾਲ ਸੁਣਦਾ, ਕੋਈ ਉਹਦੀ ਵੀਡੀਓ ਬਣਾਉਂਦਾ, ਜੀ ਵੇਖੋ ਇਹ ਸਕੂਲ ਪੜ੍ਹਾਉਣ ਆਉਂਦੇ ਤੇ ਫੋਨ ਸੁਣਨ ਆਉਂਦੇ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਬਹੁਤ ਸਾਰੇ ਲੋਕ, ਮੈਂ ਕਈ ਵਾਰ ਆਪ ਵੀ ਵੇਖਦਾ ਕਿ ਬਿਨਾਂ ਵਜ੍ਹਾ ਤੋਂ ਹੀ ਜਿਹੜਾ ਉਹ ਇਹੋ ਜਿਹਾ ਤਣਾਅ ਕ੍ਰੀਏਟ ਕਰਦੇ ਆ ਜਾਂ ਉਹ ਵਿਰੋਧ ਕਰਦੇ ਦਰਜ ਕਰਦੇ ਆ ਕਿ ਕੁਝ ਆਪਣੀ ਪਬਲਿਸਿਟੀ ਦੇ ਲਈ। ਕਿਉਂਕਿ ਜਿਹੜਾ ਇਹ ਵਿਊਜ਼ ਲਾਈਕ ਵਾਲਾ ਯੁੱਗ ਆ ਗਿਆ ਨਾ, ਜਿਹੜਾ YouTube ਵਾਲਾ ਸਿਸਟਮ ਆ ਗਿਆ, ਇਹਨੇ ਜਿਹੜਾ ਮਨੁੱਖ ਸਮੁੱਚੇ ਜਿਹੜਾ ਆਲਮੀ ਪੱਧਰ ਤੇ ਮਨੁੱਖ ਦੀ ਜਿਹੜੀ ਹੈ ਨਾ ਉਹ ਬੁੱਧੀ ਦੇ ਵਿੱਚ ਬੜੇ ਵਿਗਾੜ ਪੈਦਾ ਕੀਤੇ ਆ। ਮਨੁੱਖ ਸਵਾਰਥੀ ਬਣ ਗਿਆ, ਮਨੁੱਖ ਲਾਲਚੀ ਬਣ ਗਿਆ, ਕਦਰਾਂ ਕੀਮਤਾਂ ਦਰਕਨਾਰ ਰਹਿ ਗਈਆਂ। ਸੋ ਹਰ ਮਨੁੱਖ ਸੋਚਦਾ ਕਿ ਮੈਂ ਕਿਤੋਂ ਨਾ ਕਿਤੋਂ 4 ਪੈਸੇ ਆਉਣ, ਵਿਊਜ਼ ਆਉਣ, ਲਾਈਕ ਆਉਣ, ਫਿਰ ਉਹੋ ਜਿਹੀ ਚੀਜ਼ ਪਾਉਂਦਾ ਜਿਹਦੇ ਨਾਲ ਲੋਕ ਉਹਨੂੰ ਉਹਦੇ ਵਿੱਚ ਖਿੱਚ ਪੈਦਾ ਹੋਵੇ ਵੀ ਲੋਕ ਵੇਖਣ ਵੀ ਹਾਂ ਕੀ ਹੈ। ਫਿਰ ਉਹਦੇ ਵਿੱਚ ਸੁਭਾਵਕ ਆ, ਮੈਂ ਇੱਕ ਦਿਨ ਵੇਖ ਰਿਹਾ ਸੀ, ਇੱਕ ਬੜੇ ਸੁਲਝੇ ਹੋਏ ਵਿਦਵਾਨ ਸੀਗੇ ਤੇ ਉਹਨਾਂ ਦੀ ਬੜੀ ਹੀ ਮੁੱਲਵਾਨ ਸਪੀਚ ਸੀਗੀ ਉਹਦੇ ਤੇ YouTube ਤੇ, ਤੇ ਮੈਂ ਵੇਖਿਆ ਉਹਦੇ ਲਾਈਕ 10 ਵੀ ਨਹੀਂ। ਤੇ ਇੱਕ ਬੜਾ ਮਸ਼ਕਰਾ ਜਿਹਾ ਆਮ, ਜਿੱਦਾਂ ਅੱਜ ਕੱਲ੍ਹ ਜਿਹੜੇ ਪੰਜਾਬ ਦੇ ਵਿੱਚ ਬੜੇ ਆ ਇਹੋ ਜਿਹੇ, ਜਿੱਦਾਂ ਉਹ ਨੀਟੂ ਸ਼ਟਰਾਂ ਵਾਲਾ ਹੋ ਗਿਆ, ਕੋਈ ਮੁੱਖ ਮੰਤਰੀ ਬਣਾ ਲੈਂਦੇ, ਕਿਸੇ ਨੂੰ ਪ੍ਰਧਾਨ ਮੰਤਰੀ ਬਣਾ ਲੈਂਦੇ, ਕਿਸੇ ਨੂੰ ਕੁਝ ਇੱਦਾਂ ਦੇ ਜਿਹੜੇ ਉਹ ਛੋਟੇ ਛੋਟੇ ਟੋਟਕੇ ਜਿਹੇ ਬਣਾ ਕੇ ਪਾਉਣ ਵਾਲੇ, ਉਹਨਾਂ ਦੇ ਲੱਖਾਂ ਵਿਊ ਬਣ ਜਾਂਦੇ। ਸੋ ਇਸੇ ਤਰ੍ਹਾਂ ਤੁਸੀਂ ਯਾਦ ਹੋਊਗਾ ਕਿ ਉਹ ਇੱਕ ਬੀਬੀ ਆਈ ਸੀਗੀ, ਜਿਹੜਾ ਉਹ ਤਿਰੰਗੇ ਦੇ ਟੈਟੂ ਵਾਲਾ ਇਸ਼ੂ ਬਣਿਆ ਸੀਗਾ ਤੇ ਕਿੰਨਾ ਉਹ ਚੈਨਲਾਂ ਨੇ ਵਾਇਰਲ ਕੀਤਾ। ਆ ਹੁਣ ਦੀ ਗੱਲ ਆ, ਕੈਨੇਡਾ ਦੇ ਵਿੱਚ ਇੱਕ ਬੀਬੀ ਭੈਣ ਜਿਹੜੀ ਆ ਉਹ ਪੰਜਾਬ ਤੋਂ ਪੜ੍ਹਨ ਗਈ ਤੇ ਉਹ ਜਦੋਂ ਉੱਥੇ ਗੁਰਦੁਆਰਾ ਸਾਹਿਬ ਲੰਗਰ ਦੇ ਵਿੱਚ ਕੋਈ ਛੋਟੀ ਜੀ ਗੱਲ ਤੋਂ ਕੋਈ ਨਿੱਕੀ ਜੀ ਗੱਲ ਹੋਈ ਤੇ ਉਹਨੇ ਫੱਟ ਦੇਣੀ ਉਹਦੇ ਟਿਕਟੋਕ ਤੇ ਪਾਤੀ ਤੇ ਲੱਖਾਂ ਕਰੋੜਾਂ ਵਿਊਜ਼ ਆਏ। ਤੇ ਕੁਝ ਲੋਕਾਂ ਨੇ ਇਹਨੂੰ ਮੰਦਾ ਵੀ ਕਿਹਾ ਤੇ ਕੁਝ ਇਹਦੇ ਚੰਗਾ ਵੀ ਕਿਹਾ। ਜਿਹੜੇ ਮੰਦਾ ਕਹਿਣ ਵਾਲੇ ਆ ਉਹਨੇ ਵੀ ਉਹ ਰੀਲ ਵੇਖੀ, ਪੈਸੇ ਤੇ ਜਿਹੜੀ ਉਹਨੂੰ ਉਹਦੇ ਤੋਂ ਵਿਊਜ਼ ਲਾਈਕ ਤੋਂ ਪੈਸੇ ਆਉਣੇ, ਉਹ ਤੇ ਭਾਵੇਂ ਕੋਈ ਆਲੋਚਨਾ ਕਰਨ ਵਾਲਾ ਵੇਖੇ ਤੇ ਭਾਵੇਂ ਕੋਈ ਤਾਰੀਫ ਕਰਨ ਵਾਲਾ ਵੇਖੇ, ਉਹਨੂੰ ਆਉਣੇ ਆ। ਸੋ ਇਹ ਮਨੁੱਖ ਦੀ ਇਹ ਜਿਹੜੀ ਇੱਕ ਮਨੋਵਿਗਿਆਨਕ ਸਮੱਸਿਆ ਆ, ਇਹ ਧਾਰਮਿਕ ਜਿਹੜਾ ਦਾਇਰੇ ਦਾ ਵਿਸ਼ਾ ਨਹੀਂ, ਇਹ ਬੜਾ ਵਿਸ਼ਾਲ ਵਿਸ਼ਾ, ਔਰ ਇਹਦੇ 'ਚ ਸਾਰੇ ਸਮਾਜ ਦੇ ਦਾਨਿਆਂ ਨੂੰ ਬੈਠ ਕੇ ਚਿੰਤਨ ਕਰਨਾ ਪਊਗਾ। ਮਨੁੱਖ ਦੀ ਜਿਹੜੀ ਮਾਨਸਿਕਤਾ ਕਿਹੜੇ ਪਾਸੇ ਜਾ ਰਹੀ ਆ, ਇਹਨੂੰ ਰੋਕਣਾ ਪਏਗਾ। ਇੱਕ ਚੀਜ਼ ਆਪਾਂ ਦੇਖਦੇ ਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਗੱਲ ਹੁੰਦੀ ਹੈ, ਕੋਈ ਭ੍ਰਿਸ਼ਟਾਚਾਰ ਦੀ ਹੋਵੇ, ਤਾਂ ਉਹ ਇਹ ਆਖਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੱਦਾਰਾਂ ਦੀ, ਗੁੰਡਿਆਂ ਦੀ ਭਰਤੀ ਕੀਤੀ ਹੋਈ ਹੈ, ਇਹ ਗੁੰਡਿਆਂ ਦੀ ਕਮੇਟੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈਗੀ ਹੈ। ਜਦੋਂ ਪੰਜਾਬ ਸਰਕਾਰ ਕੋਈ ਗੱਲ ਕਰਦੀ ਹੈ ਜਾਂ ਜਦੋਂ ਭਾਰਤ ਸਰਕਾਰ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਹੁੰਦਾ, ਵੱਡੇ ਵੱਡੇ ਪੱਧਰ ਤੇ ਭਾਰਤ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਹੋਏ ਨੇ, ਕਦੇ ਇਹ ਨਹੀਂ ਕਿਹਾ ਜਾਂਦਾ ਵੀ ਭਾਰਤ ਹੈ ਜਿਹੜਾ ਉਹ ਬਹੁਤ ਮਾੜਾ ਹੈਗਾ, ਹੈ ਨਾ, ਭਾਰਤ ਨੂੰ ਆਏ ਆ ਜਾਂ ਭਾਰਤ ਗੁੰਡਿਆਂ ਦਾ ਦੇਸ਼ ਹੈ ਨਾ। ਉਹ ਸਰਕਾਰ ਨੂੰ ਜਾਂ ਬੰਦੇ ਨੂੰ ਟਾਰਗੇਟ ਕੀਤਾ ਜਾਂਦਾ ਹੈ। ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਹੋ ਜਿਹੀ ਕੋਈ ਗੱਲ ਹੁੰਦੀ ਹੈ, ਬਜਾਏ ਕਿ ਬੰਦੇ ਨੂੰ ਟਾਰਗੇਟ ਕਰਨ ਤੇ ਪੂਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ, ਟਾਰਗੇਟ ਕੀਤਾ ਜਾਂਦਾ ਹੈ। ਉਹ ਸ਼੍ਰੋਮਣੀ ਕਮੇਟੀ ਜਿਹੜੀ ਕਿ ਸ਼ਹਾਦਤਾਂ ਦੇ ਸਿਰ ਦੇ ਉੱਤੇ ਆਪਣੇ ਲਹੂ ਦੇ ਨਾਲ ਖੜੀ ਕੀਤੀ ਗਈ ਹੈ ਬਜ਼ੁਰਗਾਂ ਵੱਲੋਂ। ਦੇਖੋ, ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਆ। ਉਹ ਕਹਿੰਦੇ ਕਿ ਜਦੋਂ ਆਪਾਂ ਚਾਹ ਪੀਂਦੇ ਆ, ਚਾਹ ਦੇ ਵਿੱਚ ਮੱਖੀ ਪੈ ਜਾਏ ਤੇ ਅਸੀਂ ਚਾਹ ਰੋੜ ਦਿੰਦੇ ਆ ਤੇ ਦੁਬਾਰਾ ਨਵੀਂ ਧਰ ਲੈਂਦੇ ਆ। ਤੇ ਜੇ ਉਹੀ ਮੱਖੀ ਕਿਤੇ ਕਿਲੋ ਘਿਓ ਦੇ ਵਿੱਚ ਪੈ ਜਾਏ ਤੇ ਅਸੀਂ ਮੱਖੀ ਨੂੰ ਕੱਢ ਕੇ ਬਾਹਰ ਸੁੱਟ ਦਿੰਦੇ, ਘਿਓ ਨੂੰ ਆਪਾਂ ਵਰਤ ਲੈਂਦੇ ਆ। ਉੱਥੇ ਮਹੱਤਵਪੂਰਨ ਚੀਜ਼ ਮੱਖੀ ਨਹੀਂ ਆ, ਉਹ ਵਸਤ ਆ, ਉਹਦੀ ਕੀਮਤ ਆ ਕਿ ਜਿਹਦੇ ਵਿੱਚ ਮੱਖੀ ਪਈ ਆ ਉਹ ਉਹਦਾ ਮੁੱਲ ਮੱਖੀ ਤੋਂ ਵੱਧ ਆ ਜਾਂ ਘੱਟ ਆ। ਸੋ ਇਸੇ ਤਰ੍ਹਾਂ ਜਿਹੜੀਆਂ ਸਿਆਣੀਆਂ ਕੌਮਾਂ ਹੁੰਦੀਆਂ, ਉਹ ਆਪਣੀਆਂ ਸੰਸਥਾਵਾਂ ਦੇ ਵਿੱਚ ਆਏ ਵਿਗਾੜਾਂ ਨੂੰ ਦੂਰ ਕਰਨ ਵੱਲ ਧਿਆਨ ਦਿੰਦੀਆਂ, ਔਰ ਜਿਹੜੀਆਂ ਮੂਰਖ ਕੌਮਾਂ ਹੁੰਦੀਆਂ ਉਹ ਸੰਸਥਾਵਾਂ ਨੂੰ ਢਾਹ ਦਿੰਦੀਆਂ। ਮੈਂ ਇੱਥੇ ਇੱਕ ਦ੍ਰਿਸ਼ਟਾਂਤ ਦਊਂਗਾ। ਆ ਮਹੀਨਾ ਕੁ ਪਹਿਲਾਂ ਅੰਮ੍ਰਿਤਸਰ ਇੱਕ ਕੈਲੀਫੋਰਨੀਆ ਤੋਂ ਇੱਕ ਸਿੱਖ ਡਾਇਟਿਸਟ ਆਇਆ ਸੀ ਤੇ ਉਹ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਕੋਲ ਉੱਥੇ ਦਫ਼ਤਰ ਆ ਗਿਆ ਮਿਲਣ। ਤੇ ਉਹਨੇ ਗੱਲ ਕਰਨ ਲੱਗਾ ਕਿ ਮੈਂ ਪਾਕਿਸਤਾਨ ਜਾ ਕੇ ਆਇਆ, ਯਾਤਰਾ ਕਰਕੇ ਆਇਆ, ਉੱਥੇ ਜਿਹੜੀ ਸੈਂਟਰਲ ਲਾਇਬ੍ਰੇਰੀ ਲਾਹੌਰ ਦੇ ਵਿੱਚ ਆ, ਉੱਥੇ ਦੀ ਮੈਂ ਜਿਹੜੀ ਉੱਥੇ ਇੱਕ ਹਿੱਸੇ ਦੇ ਵਿੱਚ ਸਿੱਖਾਂ ਨਾਲ ਸੰਬੰਧਿਤ ਬੜਾ ਕੀਮਤੀ ਸਾਹਿਤ ਪਿਆ ਆ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਪਈਆਂ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ 1920 ਤੋਂ 1930 ਤੱਕ ਦਾ ਬੜਾ ਮੁੱਲਵਾਨ ਰਿਕਾਰਡ ਪਿਆ ਆ। ਤੇ ਮੈਂ ਉੱਥੇ ਦਾ ਜਿਹੜਾ ਕੁਝ ਸੇਵਾ ਕਰਕੇ ਆਇਆ, ਉਸ ਪੋਰਸ਼ਨ ਦੇ ਵਿੱਚ ਜਿੱਥੇ ਉਹ ਸਮਾਨ ਪਿਆ ਆ, ਉੱਥੇ ਕੋਈ ਰਿਪੇਅਰ ਦਾ ਨਵੀਨੀਕਰਨ ਦਾ ਕੰਮ ਕਰਕੇ ਆਇਆ। ਤੇ ਉਹ ਕਹਿੰਦਾ ਵੀ ਇਸੇ ਦੌਰਾਨ ਜਦੋਂ ਮੈਂ ਉਹ ਰਿਕਾਰਡ ਪੜ੍ਹਨ ਲੱਗ ਪਿਆ ਵਿੱਚ ਤੇ ਕਹਿੰਦਾ ਉਹ ਮੈਨੂੰ ਉਹਨਾਂ ਨੇ ਉਹਦੀ ਫੋਟੋ ਨਹੀਂ ਸੀ ਖਿੱਚਣ ਦਿੰਦੇ, ਨਾ ਕੋਈ ਉਹਨੂੰ ਨੋਟ ਕਰਨ ਦਿੰਦੇ ਸੀ, ਉਹਨਾਂ ਦਾ ਪਹਿਰਾ ਬੜਾ ਸਖਤ ਸੀਗਾ।
ਤੇ ਕਹਿੰਦਾ ਮੈਂ ਉੱਥੇ ਵੇਖਿਆ ਤੇ ਉਹ ਪ੍ਰਧਾਨ ਸਾਹਿਬ ਨੂੰ ਗੱਲ ਸੁਣਾਉਂਦਿਆਂ ਉਹਦੀਆਂ ਅੱਖਾਂ 'ਚੋਂ ਹੰਝੂ ਆ ਗਏ। ਉਹ ਕਹਿੰਦਾ ਮੈਂ ਉੱਥੇ ਪੜ੍ਹਿਆ ਤੇ ਮੈਂ ਪੜ੍ਹ ਕੇ ਨੋਟ ਕੀਤਾ ਕਿ 1920 ਤੋਂ 1925 ਤੱਕ, ਜਦੋਂ ਅਜੇ ਗੁਰਦੁਆਰਾ ਐਕਟ ਨਹੀਂ ਸੀ ਬਣਿਆ, ਗੁਰਦੁਆਰਾ ਐਕਟ ਬਣਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਨੇ ਮਾਨਤਾ ਨਹੀਂ ਸੀ ਦਿੱਤੀ। ਕਹਿੰਦਾ ਉਸ ਦੌਰਾਨ 1920 ਤੋਂ 1925 ਦੌਰਾਨ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਜਿਹੜੇ ਅਦਾਲਤਾਂ 'ਚ ਮੁਕੱਦਮੇ ਲੜੇ ਜਾਂਦੇ ਸਨ, ਕਿਉਂਕਿ ਮਹੰਤਾਂ ਦੇ ਥਾਪੜੇ ਤੇ ਸਰਕਾਰ ਸੀ, ਉਹ ਸਰਕਾਰ ਦੇ ਟਾਊਟ ਸੀਗੇ। ਸਰਕਾਰ ਉਹਨਾਂ ਨੂੰ ਅਸੀਮ ਸਹਾਇਤਾ ਦਿੰਦੀ ਸੀ, ਆਰਥਿਕ ਤੌਰ ਤੇ ਵੀ ਤੇ ਉੱਦਾਂ ਵੀ। ਤੇ ਉਹਨਾਂ ਨਾਲ ਜਦੋਂ ਕੇਸ ਲੜਨੇ ਸੀ ਉਹਦੇ 'ਚ ਮਾਇਆ ਚਾਹੀਦੀ ਸੀ। ਤੇ ਕਹਿੰਦਾ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਉਦੋਂ ਦੇ ਮੈਂਬਰ, ਕਹਿੰਦਾ ਬਾਈ ਨੇਮ ਮੈਂ ਨੋਟ ਕਰਕੇ ਲਿਆਂਦੇ ਆ, ਜਿਹੜੇ ਮੈਂਬਰਾਂ ਨੇ, ਜੇ ਫਰਜ਼ ਕਰੋ ਕਿਸੇ ਦੀ 20 ਏਕੜ ਪੈਲੀ ਆ ਨਾ, ਉਹਨੇ 20 ਏਕੜ ਪੈਲੀ ਦੇ ਵਿੱਚੋਂ 10 ਏਕੜ ਵੇਚ ਕੇ ਤੇ ਘਰ ਇਹ ਕਹਿਤਾ ਵੀ ਆਹ 10 ਏਕੜ ਜ਼ਮੀਨ ਤੁਹਾਨੂੰ ਦੇਤੀ ਤੁਹਾਡੇ ਹਿੱਸੇ ਦੀ, ਤੇ ਗੁਰੂ ਦੇ ਹਿੱਸੇ ਦਾ ਮੈਂ ਜਿਹੜਾ ਇਹ ਅਮਾਨਤ ਆ ਵੇਚ ਕੇ ਲੈ ਚੱਲਿਆ। ਤੇ ਉਹਨਾਂ ਦੇ ਨਾਲ ਉਹਨਾਂ ਨੇ ਮਹੰਤਾਂ ਦੇ ਖਿਲਾਫ ਕੇਸ ਲੜੇ ਤੇ ਸੰਸਥਾ ਖੜੀ ਕੀਤੀ, ਗੁਰਦੁਆਰੇ ਛੁਡਾ ਕੇ ਸੰਸਥਾ ਦੇ ਪ੍ਰਬੰਧ 'ਚ ਲਿਆਂਦੇ। ਤੇ ਉਹ ਘਰੋਂ ਜਾਣ ਲੱਗਿਆ ਇੱਥੋਂ ਤੱਕ ਕਹਿ ਕੇ ਜਾਂਦੇ ਸੀ ਕਿ ਅਸੀਂ ਹੁਣ ਚੱਲੇ, ਜੇ ਜਿਉਂਦੇ ਆ ਗਏ ਤੇ ਗੁਰੂ ਦਾ ਸ਼ੁਕਰਾਨਾ ਕਰ ਦਿਓ, ਤੇ ਜੇ ਅਸੀਂ ਉਸ ਸ਼ਹੀਦ ਹੋ ਗਏ ਤੇ ਸਾਡੀ ਸ਼ਹਾਦਤ ਦਾ ਮੁੱਲ ਨਾ ਵਟਿਓ। ਇੱਦਾਂ ਦੀਆਂ ਕੁਰਬਾਨੀਆਂ ਦੇ ਉੱਤੇ ਸਾਡੀ ਸੰਸਥਾ ਖੜੀ ਆ। ਪ੍ਰਬੰਧਾਂ 'ਚ ਜਾਂ ਉਹਦੇ ਸਿਸਟਮ 'ਚ ਬਹੁਤ ਨਿਘਾਰ ਹੋਣਗੇ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ, ਸੁਧਾਰ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ, ਨਾ ਕਿ ਸੰਸਥਾ ਨੂੰ ਢਾਉਣ ਵਾਲੇ ਪਾਸੇ। ਕੁੱਲ ਮਿਲਾ ਕੇ ਸਾਡੇ ਕੋਲ ਬਚਿਆ ਕੀ ਆ? ਅਸੀਂ ਆਪਣੀ ਰਾਜਨੀਤਿਕ ਸ਼ਕਤੀ ਖਤਮ ਕਰਤੀ। ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਸਾਂ ਬਚੀ ਹੈ। ਬਾਕੀ ਜਿਹੜੀਆਂ ਸਭਾ ਸੁਸਾਇਟੀਆਂ, ਦਲ ਸੰਪਰਦਾਵਾਂ, ਜਥੇਬੰਦੀਆਂ, ਉਹਨਾਂ ਦੇ ਵਿੱਚ ਪਹਿਲਾਂ ਹੀ ਇਸ ਤਰੀਕੇ ਦੇ ਨਾਲ ਉਹਨਾਂ ਦਾ ਰਾਸੀਕਰਨ ਕਰ ਦਿੱਤਾ ਗਿਆ, ਧੜੇ ਪੈਦਾ ਕਰ ਦਿੱਤੇ ਗਏ, ਉਹਨਾਂ ਦੀ ਸ਼ਕਤੀ ਨੂੰ ਖੇਰੂ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਇਹਦੇ ਖਿਲਾਫ ਜਿਹੜੀ ਸਿਧਾਂਤਕ ਮੁਹਿੰਮ ਕਾਰੀ ਆ, ਸਿੱਖਾਂ ਨੂੰ ਉਹਦੇ ਤੋਂ ਸੁਚੇਤ ਹੋਣ ਦੀ ਲੋੜ ਆ। ਤੇ ਸਰਕਾਰ ਆਪੇ ਹਟ ਜਾਣਗੀਆਂ ਜਦੋਂ ਸਿੱਖ ਹੀ ਸੁਚੇਤ ਹੋ ਗਏ। ਜਦੋਂ ਸਿੱਖ ਹੀ ਬੁੱਭ ਕੇ ਆਪਣੀ ਸੰਸਥਾ ਨੂੰ ਬਦਨਾਮ ਕਰਨ ਵਾਲੇ ਪਾਸੇ ਤੁਰ ਪੈਂਦੇ ਆ, ਹਾਂ ਠੀਕ ਆ, ਉਹਦੇ ਪ੍ਰਬੰਧ 'ਚ ਸ਼ਾਮਲ ਹੋਵੋ ਜੇ ਤੁਹਾਨੂੰ ਲੱਗਦਾ। ਦੇਖੋ ਗੁਰਦੁਆਰਾ ਐਕਟ 1925 ਆ, ਉਹਦੇ 'ਚ ਹਰ ਚੀਜ਼ ਦਾ ਤੋੜ ਆ, ਉਹਦੇ 'ਚ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੀ ਆ। ਜੇ ਤੁਹਾਨੂੰ ਲੱਗਦਾ ਕਿ ਕੋਈ ਸਮੇਂ ਦੇ ਪ੍ਰਬੰਧਕ ਜਾਂ ਉੱਥੇ ਕਾਇਮ ਲੀਡਰਸ਼ਿਪ ਜਿਹੜੀ ਆ ਉਹ ਸਹੀ ਸਿੱਖ ਹਿੱਤਾਂ ਦੀ ਪੂਰਤੀ ਨਹੀਂ ਕਰ ਰਹੀ, ਤੇ ਤੁਸੀਂ ਬਦਲਵੀਂ ਲੀਡਰਸ਼ਿਪ ਲਿਆਉਣ ਲਈ ਆਪਣਾ ਏਜੰਡਾ ਰੱਖੋ ਪੰਥ ਅੱਗੇ, ਤੇ ਇਲੈਕਸ਼ਨ ਲੜੋ ਤੇ ਉਹਦੇ 'ਚ ਸੱਤਾ 'ਚ ਆ ਕੇ ਤੇ ਆਪਣਾ ਸੁਧਾਰ ਕਰੋ। ਅੱਜ ਜੇ ਤੁਸੀਂ ਆਪਣੀਆਂ ਸੰਸਥਾਵਾਂ ਦੇ ਪਦਵੀਆਂ ਦੇ ਉੱਤੇ ਅਟੈਕ ਕਰੋਗੇ, ਤੇ ਕੱਲ ਨੂੰ ਜਦੋਂ ਤੁਸੀਂ ਆਓਗੇ ਕੀ ਤੁਹਾਡੇ ਤੇ ਨਹੀਂ ਅਟੈਕ ਹੋਣਗੇ? ਇਹੋ ਜਿਹੇ ਅਖਲਾਕੀ ਤੌਰ ਤੇ ਅਨੈਤਿਕ ਪੱਧਰ ਦੇ ਅਟੈਕ ਹੁੰਦੇ ਆ। ਉਹਨਾਂ ਦੇ ਪੁਤਲੇ ਦੇਖੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਪਰੀਮ ਨੇ, ਤੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਪੁਤਲੇ ਤੱਕ ਫੂਕ ਦਿੱਤੇ। ਹਰੂਰ ਸਿੰਘ ਵੀ ਤੇ ਜਥੇਦਾਰ ਸੀ, ਜਿਹਨੇ ਜਨਰਲ ਡਾਇਰ ਨੂੰ ਮਾਫ ਕੀਤਾ ਸੀ, ਤਾਂ ਉਹਨੂੰ ਕੌਮ ਨੇ ਅਪਰਮਾਨ ਕਰਤਾ, ਰੱਦ ਕਰ ਦਿੱਤਾ। ਪਰ ਅਕਾਲ ਤਖਤ ਦੇ ਜਥੇਦਾਰ ਦਾ ਪੁਤਲਾ ਤੇ ਨਹੀਂ ਨਾ ਫੂਕਿਆ। ਮਨੁੱਖ ਮਾੜਾ ਹੋ ਸਕਦਾ, ਪਰ ਜਿਹੜਾ ਉਹਦੀ ਅਹੁਦੇ ਦੀ ਗਰਿਮਾ ਆ, ਉਸ ਪ੍ਰਤਿਸ਼ਠਾ ਜਾਂ ਉਹਦਾ ਸਤਿਕਾਰ ਆ, ਉਹਨੂੰ ਸਾਹਮਣੇ ਰੱਖਣਾ ਚਾਹੀਦਾ। ਅਹੁਦੇ ਤੇ ਜੇ ਕੋਈ ਵਿਅਕਤੀ ਬੈਠਾ, ਉਹ ਵਿਅਕਤੀ ਨਹੀਂ ਆ, ਉਹ ਇੱਕ ਪਦਵੀ ਆ, ਉਹ ਵਿਅਕਤੀ ਆਪਣੇ ਘਰ ਆ। ਇਸ ਕਰਕੇ ਜੇ ਸੰਸਥਾ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਤਾਂ ਉਹਦੇ ਵਿੱਚ ਸ਼ਾਮਲ ਹੋਵੋ, ਉਹਨੂੰ ਸੁਝਾਅ ਦੇਵੋ ਪ੍ਰਬੰਧਕਾਂ ਨੂੰ। ਇਹ ਸਵਾਲ ਤੁਹਾਡੇ ਕੋਲ ਠੀਕ ਲਾਇਆ ਕਿ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਵਜੋਂ ਉੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਦਾ ਵਿਸ਼ਲੇਸ਼ਣ ਪ੍ਰਧਾਨ ਦੇ ਤੌਰ ਤੇ ਕਮੇਟੀ ਦੇ ਕਿਵੇਂ ਕੀਤਾ ਜਾ ਸਕਦਾ? ਦੇਖੋ ਇਹਦੇ ਵਿੱਚ ਕੋਈ ਖੁਸ਼ਾਮਦ ਵਾਲੀ ਗੱਲ ਨਹੀਂ ਆ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਬੜੇ ਇਮਾਨਦਾਰ, ਸਾਫ ਸੁਥਰੇ ਅਕਸ ਵਾਲੇ ਗੁਰਸਿੱਖ ਆ ਔਰ ਤਿਆਗੀ ਵੀ ਨੇ, ਕੋਈ ਸ਼ੱਕ। ਤੁਸੀਂ ਉਹਨਾਂ ਦੇ ਘਰ ਚਲ ਜਾਓ, ਕੋਈ ਉਹਨਾਂ ਦੇ ਗੇਟ ਅੱਗੇ ਪਹਿਰਾ ਨਹੀਂ ਹੋਏਗਾ, ਕੋਈ ਸਿਕਿਉਰਿਟੀ ਦੀ ਗਾਰਡ ਨਹੀਂ ਹੋਏਗੀ, ਇਕੱਲੇ ਹੀ ਬੈਠੇ ਹੋਣਗੇ, ਆਪੇ ਤੁਹਾਨੂੰ ਅੰਦਰੋਂ ਚਾਹ ਦਾ ਕੱਪ ਲਿਆ ਕੇ ਤੇ ਉਹ ਸਰਵ ਕਰਨਗੇ। ਤੇ ਇੰਨੀ ਨਿਮਰਤਾ 'ਚ ਰਹਿੰਦੇ ਆ, ਵਧੀਆ ਪ੍ਰਬੰਧ ਕਰ ਰਹੇ ਆ। ਔਰ ਜਿੱਥੇ ਕਿਤੇ ਪ੍ਰਬੰਧਾਂ ਦੇ ਵਿੱਚ ਲੰਬੇ ਸਮੇਂ ਦੌਰਾਨ ਆਈਆਂ ਕਮੀਆਂ ਪੇਸ਼ੀਆਂ, ਅਸੀਂ ਉਹਨਾਂ ਨੂੰ ਸੁਝਾਅ ਵੀ ਦਿੰਦੇ ਆ ਕਿ ਉਹਦੇ 'ਚ ਸੁਧਾਰ ਕਰਨਾ ਚਾਹੀਦਾ ਉਹਨਾਂ ਨੂੰ। ਜਿੱਥੇ ਪ੍ਰਬੰਧਾਂ 'ਚ ਜੇ ਆਲੋਚਨਾ ਹੋ ਰਹੀ ਹੈ ਤੇ ਉਹਨੂੰ ਸੁਧਾਰ ਵਾਲੇ ਪਾਸੇ ਵੀ ਜਾਣ। ਤੇ ਕੁੱਲ ਮਿਲਾ ਕੇ ਉਹਨਾਂ ਦਾ ਜਿਹੜਾ ਉਹਨਾਂ ਦੇ ਦੇਖੋ ਜਿੰਨੇ ਹੁਣ ਆ ਰਹੇ ਆ ਨਾ ਬੇਨਿਯਮੀਆਂ, 1-2 ਮਸਲੇ ਵੱਡੇ ਸਾਹਮਣੇ ਆਏ ਜਿਨ੍ਹਾਂ ਨੂੰ ਲੈ ਕੇ ਬੜੀ ਵੱਡੀ ਪੱਧਰ ਤੇ ਇੱਕ ਜੇ ਮੀਡੀਆ ਟਰਾਇਲ ਵੀ ਚਲਾਇਆ ਜਾਂਦਾ ਕਈ ਵਾਰ, ਉਹ ਇਹਨਾਂ ਦੇ ਕਾਰਜਕਾਲ ਦੇ ਨਹੀਂ ਆ, ਉਹ ਪਹਿਲਾਂ ਦੇ ਆ। ਔਰ ਇਹਨਾਂ ਨੇ ਵੱਡੀ ਗੱਲ ਹੈ ਕਿ ਇਹਨਾਂ ਨੇ ਲੱਭੇ ਕਾਰਜ ਲੱਭੇ। ਉਹ ਜੇ ਇਹ ਵੀ ਇਹਨਾਂ ਦੇ ਮਨ 'ਚ ਖੋਟ ਹੁੰਦੀ ਉਹਨਾਂ ਨੂੰ ਦੱਬ ਲੈਂਦੇ।
ਕੀ ਲੋੜ ਸੀਗੀ ਉਹ ਲੰਗਰ ਦੇ ਵਿੱਚ ਜਿਹੜੀ ਸੁੱਕੀਆਂ ਰੋਟੀਆਂ ਦੇ ਵਿੱਚ ਜਿਹੜੀ ਬੇਨਿਯਮੀ ਹੋਈ ਉਹਦੇ ਵਿੱਚ ਉਹਨਾਂ ਨੂੰ ਕੀ ਲੋੜ ਸੀ। ਬਿਲਕੁਲ। ਸੋ ਇਸ ਕਰਕੇ ਉਹ ਇੱਕ ਦਿਆਨਤਦਾਰ ਸ਼ਖਸੀਅਤ ਨੇ ਔਰ ਉਹਨਾਂ ਦੇ ਵਿੱਚ ਇੱਛਾ ਸ਼ਕਤੀ ਵੀ ਆ, ਉਹਨਾਂ ਦੇ ਵਿੱਚ ਪੁਰਾਤਨ ਟਕਸਾਲੀ ਅਕਾਲੀਆਂ ਵਾਲੀ ਭਾਵਨਾ ਵੀ ਨਜ਼ਰ ਆਉਂਦੀ ਆ। ਜਿਹੜੇ ਤਿਆਗੀ ਹੁੰਦੇ ਸੀ ਤੇ ਉਹੀ ਜਿਹੜੇ ਉਹਦੇ ਨਤੀਜੇ ਵੀ ਦਿਖ ਰਹੇ ਪੰਥ ਨੂੰ ਸਮਰਪਿਤ ਹੁੰਦੇ ਸੀ ਔਰ ਨਤੀਜੇ ਦਿਖ ਰਹੇ ਆ। ਔਰ ਲੰਮੇ ਅਮਲ ਦੀ ਲੋੜ ਆ। ਜੇ ਅਸੀਂ ਇਹ ਨਹੀਂ ਕਹਿੰਦੇ ਕਿ ਮੁਕੰਮਲ ਸੁਧਾਰ ਹੋ ਗਿਆ, ਬਿਲਕੁਲ ਅਜੇ ਸੁਧਾਰ ਦੀ ਦਿਸ਼ਾ ਵੱਲ ਤੁਰ ਰਹੇ ਆ। ਪਰਮਾਤਮਾ ਤੋਂ ਆਸ ਵੀ ਕਰਦੇ ਆ ਕਿ ਉਹ ਇਸੇ ਤਰ੍ਹਾਂ ਬਿਨਾਂ ਕਿਸੇ ਦਬਾਅ ਤੋਂ, ਬਿਨਾਂ ਕਿਸੇ ਸੰਗ ਝਿਜਕ ਤੋਂ ਉਹ ਇਸੇ ਪਾਸੇ ਤੁਰੇ ਰਹਿਣ। ਉਹ ਸੰਸਥਾ ਦੇ ਵਿੱਚ ਜਿਹੜੀਆਂ ਤਰੁੱਟੀਆਂ ਆਈਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਸਫਲ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਹਰੇਕ ਬੰਦੇ ਨੂੰ ਸਵਾਲ ਕਰਨਾ ਚਾਹੀਦਾ। ਤੁਸੀਂ ਵੀ ਕਰੋ। ਜੇ ਤੁਹਾਨੂੰ ਲੱਗਦਾ ਕਿਤੇ ਵੀ ਕੋਈ ਮਾੜਾ ਪ੍ਰਬੰਧ ਚੱਲ ਰਿਹਾ ਜਾਂ ਕਿਸੇ ਬੰਦੇ ਵੱਲੋਂ ਕੋਈ ਮਾੜਾ ਪ੍ਰਬੰਧ ਕੀਤਾ ਜਾ ਰਿਹਾ, ਤੁਸੀਂ ਬੇਸ਼ੱਕ ਸਵਾਲ ਕਰੋ, ਪਰ ਆਪਣੇ ਅੱਖ ਕੰਨ ਖੋਲ੍ਹ ਕੇ ਹਰੇਕ ਚੀਜ਼ ਦੀ ਪੁੱਛਾਣ ਕਰਕੇ ਉਹਦੀ ਪੜਤਾਲ ਕਰਕੇ ਫਿਰ ਸਵਾਲ ਕਰੋ। ਉਸ ਬੰਦੇ ਨੂੰ ਕਿੰਤੂ ਕਰੋ, ਉਸ ਬੰਦੇ ਦੇ ਉੱਤੇ ਕੁਐਸਚਨ ਮਾਰਕ ਕਰੋ ਜਿਹੜੇ ਬੰਦੇ ਨੇ ਕੀਤਾ, ਬਜਾਏ ਕਿ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਟਾਰਗੇਟ ਕਰੀਏ ਜਿਹੜੀ ਕਿ ਸ਼ਹਾਦਤਾਂ ਦੇ ਕੇ ਸਿੱਖਾਂ ਨੇ ਬਣਾਈ ਹੈ, ਸਿੱਖ ਬਜ਼ੁਰਗਾਂ ਨੇ ਬਣਾਈ ਹੈ। ਇਸ ਤੋਂ ਬਾਅਦ ਸਾਡੇ ਕੋਲੇ ਕੋਈ ਸੰਸਥਾ ਨਹੀਂ ਬਚਣੀ ਹੈਗੀ। ਸਾਡੇ ਕੋਲੇ ਇਸ ਸੰਸਥਾ ਦੇ ਉੱਤੇ ਨਿਸ਼ਾਨੇ, ਇਸ ਸੰਸਥਾ ਦੇ ਉੱਤੇ ਹਮਲੇ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਸੰਸਥਾ ਨੂੰ ਸਾਰੇ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੇ ਨੇ ਤਾਂ ਜੋ ਸਿੱਖਾਂ ਦੀ ਜਿੰਨੀ ਵੀ ਤਾਕਤ ਬਚੀ ਕੁਚੀ ਹੈਗੀ ਹੈ ਉਸ ਨੂੰ ਵੀ ਮਲੀਆ ਮੇਟ ਕਰ ਦਿੱਤਾ ਜਾਵੇ। ਬੁੱਟਰ ਸਾਹਿਬ ਨੇ ਬਾਖੂਬੀ ਦੱਸਿਆ ਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਮਸੰਦ ਗੁਰਦੁਆਰੇ ਦੇ ਉੱਤੇ ਕਾਬਜ਼ ਕਰਕੇ ਬਿਠਾਏ ਹੋਏ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਗੁਰਦੁਆਰਿਆਂ ਦੇ ਵਿੱਚੋਂ ਜਿਹੜੀ ਸ਼ਕਤੀ ਸਿੱਖਾਂ ਨੂੰ ਮਿਲਦੀ ਹੈ ਤੇ ਜਿਹੜੀਆਂ ਘਾਲਨਾਵਾਂ ਉਹ ਖੜੀਆਂ ਹੁੰਦੀਆਂ ਨੇ, ਪੈਦਾ ਹੁੰਦੀਆਂ ਨੇ, ਉਹ ਸਰਕਾਰ ਲਈ ਇੱਕ ਵੱਡਾ ਖਤਰਾ ਬਣ ਜਾਂਦੀਆਂ ਨੇ। ਇਸੇ ਨੁਕਤੇ ਨਿਗਾਹ ਤੋਂ ਜੇ ਆਪਾਂ ਦੇਖੀਏ ਤਾਂ ਭਾਰਤ ਦੀਆਂ ਸਰਕਾਰਾਂ, ਪੰਜਾਬ ਦੀਆਂ ਸਰਕਾਰਾਂ ਨੂੰ ਵੀ ਇਹੀ ਡਰ ਹੈ ਕਿ ਇਹਨਾਂ ਗੁਰਦੁਆਰਿਆਂ ਦੇ ਵਿੱਚੋਂ ਸਾਡੇ ਖਿਲਾਫ ਕੱਲ੍ਹ ਨੂੰ ਸੰਘਰਸ਼ ਹੋਣੇ ਨੇ, ਕਿਉਂਕਿ ਉਹ ਸਰਕਾਰਾਂ ਕਿੰਨੇ ਕੁ ਪਾਣੀ 'ਚ ਨੇ ਆਪਾਂ ਸਾਰੇ ਜਾਣਦੇ ਹਾਂ। ਸਵਾਲ ਕਰੋ, ਪਰ ਉਸ ਦੀ ਪਛਾਣ ਕਰਕੇ, ਉਸ ਦੀ ਪੜਤਾਲ ਕਰਕੇ ਬੰਦੇ ਨੂੰ ਕਿੰਤੂ ਕਰੋ, ਬੰਦੇ ਨੂੰ ਕਟਹਿਰੇ ਦੇ ਵਿੱਚ ਖੜਾ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ, ਇਹ ਸਾਡੀ ਆਪਣੀ ਸੰਸਥਾ ਹੈ। ਜੇ ਇਹ ਸਾਡੇ ਤੋਂ ਖੁਸ਼ ਗਈ, ਸਾਡਾ ਕੁਛ ਨਹੀਂ ਬਚਦਾ। ਬੁੱਟਰ ਸਾਹਿਬ ਬਹੁਤ ਗੱਲਾਂ ਨੇ ਕਰਨ ਲਈ, ਫਿਰ ਅਗਲੀ ਕੜੀ ਦੇ ਵਿੱਚ ਕੋਈ ਹੋਰ ਗੱਲ ਛੇੜਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਅੱਜ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।